समाना एह बाणी जो जियों जाने तिस अंतर रवै हर नाम बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वास होए एह बाणी महापुरख की निज कर वास होए प्राणी राम न चेतई मद माया के अंध कहो नानक हर भजन बिन परत ताहि जम फंद सुख में बहु संगी पए दुख में संग न कोए कहो नानक हर भज मना अंत सहाई होए सुख में बहु संगी पए दुख में संग न कोए कहो नानक हर भज मना अंत सहाई होए। वाहिगुरु जी का खालसा वाहिगुरु जी की फतेह। श्लोक महला नौवां। इस बाणी दे विचों दो श्लोकां दा पाठ जो अज आप जी ने सरवण कीता है, इन्हां श्लोकां दी विचार भाई निशान सिंह जी गंडीविंड
ਹੈਡ ਗ੍ਰੰਥੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾੜ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 21 ਤਰੀਕ ਪਰਸੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। 21 ਤਰੀਕ ਨੂੰ ਹੀ ਸ਼੍ਰੋਮਣੀ ਭਗਤ ਧੰਨਾ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਆਪ ਜੀ ਨੇ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਭਾਰਤ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਧਰਮ ਰੱਖਿਅਕ, ਧਰਮ ਦੀ ਚਾਦਰ, ਹਿੰਦ ਦੀ ਚਾਦਰ, ਬੜੇ ਸਾਰੇ ਐਸੇ ਭਾਵਪੂਰਤ ਸ਼ਬਦਾਂ ਦੇ ਨਾਲ ਅਸੀਂ ਯਾਦ ਕਰਦੇ ਹਾਂ, ਸਿਮਰਦੇ ਹਾਂ, ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਅਸਮਤ ਨੂੰ ਬਚਾਇਆ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਇਹਨਾਂ ਅਜਮਤਾਂ ਦੇ ਮਾਲਕ ਸਤਿਗੁਰੂ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਜੋ ਪਿਛਲੇ ਸਾਲ ਸੀ, ਜਿਸ ਨੂੰ ਸਾਡੀਆਂ ਸਿੱਖ ਜਥੇਬੰਦੀਆਂ ਵੀ ਕੋਵਿਡ ਕਰਕੇ ਨਹੀਂ ਮਨਾ ਸਕੀਆਂ ਸਨ। ਲਾਲ ਕਿਲੇ ਦੇ ਅਸਥਾਨ ਤੇ ਮਨਾਉਣ ਦਾ ਜੋ ਉਦਮ ਕੀਤਾ ਹੈ, ਪਰ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਹੈ। ਮਦਦ ਮੰਗੀ ਹੈ ਉਹਨਾਂ ਨੇ, ਕਿਉਂਕਿ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਧਰਮ ਬਿਜਲੀ ਦੀਆਂ 440 ਵੋਲਟ ਤਾਰਾਂ ਵਰਗਾ ਹੈ, ਔਰ ਅੱਜ ਅਸੀਂ ਵੇਖ ਰਹੇ ਹਾਂ ਕੋਈ ਛੋਟਾ ਜਿਹਾ ਬੋਲਿਆ ਸ਼ਬਦ, ਕੋਈ ਧਰਮ ਦੇ ਵਿੱਚ ਛੋਟੀ ਜਿਹੀ ਕੀਤੀ ਹੋਈ ਕੁਤਾਹੀ ਜਿਹੜੀ ਹੈ, ਉਹ ਕਈ ਵਾਰੀ ਸਮੇਰ ਪਰਬਤ ਬਣ ਜਾਂਦੀ ਹੈ। ਉਹਦੀ ਫਿਰ ਭੁੱਲ ਮਾਫੀ ਮੰਗਣੀ ਵੀ ਜਿਹੜੀ ਹੈ ਉਹ ਔਖੀ ਹੋ ਜਾਂਦੀ ਹੈ। ਸੋ ਉਹਨਾਂ ਨੇ ਇਹ ਚੰਗਾ ਕੀਤਾ ਹੈ ਕਿ ਉਸ ਬਾਡੀ ਨੂੰ, ਉਸ ਧਾਰਮਿਕ ਸੰਸਥਾ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਨ੍ਹਾਂ ਦਾ ਧਰਮ ਹੀ ਇਹ ਹੈ ਕਿ ਉਹਨਾਂ ਨੇ ਗੁਰੂਆਂ ਦੇ
ਅਸਥਾਨਾਂ ਦੀ ਸੇਵਾ ਸੰਭਾਲ ਕਰਨੀ ਹੈ, ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲੋਕ ਪਰਲੋਕ ਦੇ ਸੁਖ ਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਜੀ ਦੀ ਤਾਬਿਆ ਦੇ ਵਿੱਚ ਸਰਪ੍ਰਸਤੀ ਦੇ ਵਿੱਚ ਇਹ ਦੋ ਰੋਜ਼ਾ ਸਮਾਗਮ ਹਨ। ਇੱਕ 20 ਤਰੀਕ, ਇੱਕ 21 ਤਰੀਕ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦੋਨੋਂ ਹੀ ਦਿਨ 6:30 ਵਜੇ ਦੀਵਾਨਾਂ ਦੀ ਆਰੰਭਤਾ ਹੋਵੇਗੀ। 20 ਤਰੀਕ ਨੂੰ ਸਮਾਪਤੀ 11 ਵਜੇ ਹੋਣੀ ਹੈ। 21 ਤਰੀਕ ਨੂੰ ਸਮਾਪਤੀ 10 ਵਜੇ ਹੋਣੀ ਹੈ। 20 ਤਰੀਕ ਨੂੰ 400 ਬੱਚੇ ਇਕੱਠੇ ਬੈਠ ਕੇ ਕੀਰਤਨ ਕਰਨਗੇ। 21 ਤਰੀਕ ਨੂੰ 400 ਜੋ ਗੁਰੂ ਕੇ ਹਜ਼ੂਰੀ ਕੀਰਤਨੀਏ ਹਨ ਅਤੇ ਹੋਰ ਵੱਖ-ਵੱਖ ਅਸਥਾਨਾਂ ਤੇ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਕੀਰਤਨੀਏ ਇਕੱਠੇ ਬੈਠ ਕੇ ਕੀਰਤਨ ਦੀ ਸੇਵਾ ਕਰਨਗੇ। ਬਹੁਤ ਸੁੰਦਰ ਦ੍ਰਿਸ਼ ਉਸ ਵੇਲੇ ਬਣੇਗਾ ਜਦੋਂ ਦੀਨ ਦੁਨੀਆ ਦੇ ਪਾਤਸ਼ਾਹ ਦੀ ਸਰਪ੍ਰਸਤੀ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਭਾਰਤ ਸਰਕਾਰ ਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਆਪਣੀ ਸ਼ਰਧਾ, ਆਪਣਾ ਸਤਿਕਾਰ, ਆਪਣੀ ਅਕੀਦਤ ਭੇਟ ਕਰੇਗੀ। ਸੋ ਦਿੱਲੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਵਹੀਰਾ ਕੱਤ ਕੇ ਆਉਣਾ ਹੈ। ਜਿਹਨੂੰ ਵੀ ਜਿੱਥੇ ਵੀ ਟਰਾਂਸਪੋਰਟ ਦੀ ਲੋੜ ਹੈ, ਏਸੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਤੁਸੀਂ ਆਪਣੇ ਇਲਾਕੇ ਦੇ ਦਿੱਲੀ ਕਮੇਟੀ ਦੇ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ, ਨਹੀਂ ਤਾਂ ਦਿੱਲੀ ਕਮੇਟੀ ਦਾ ਜਿਹੜਾ ਮੁੱਖ ਦਫ਼ਤਰ ਹੈ ਰਕਾਬਗੰਜ ਸਾਹਿਬ, ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ। ਆਓ ਆਪਾਂ ਵੀ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੂੰ ਸਿਮਰੀਏ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਕਲਯੁਗ ਦੀ ਇਹ ਸਭ ਤੋਂ ਵੱਡੀ ਘਟਨਾ ਹੈ ਜਿਹੜੀ ਚਾਂਦਨੀ ਦੇ ਚੌਂਕ ਵਿੱਚ ਘਟੀ ਹੈ। ਔਰ ਇਸ ਘਟਨਾ ਨੂੰ ਘਟਾਉਣ ਵਾਲੇ ਉਹ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੀ ਸ਼ਹਾਦਤ ਦਾ ਹੁਕਮ ਜਿਹੜਾ ਸੀ ਕਿਸੇ ਵੇਲੇ ਔਰੰਗਜ਼ੇਬ ਨੇ ਲਾਲ ਕਿਲੇ ਤੋਂ ਦਿੱਤਾ ਸੀ। ਅੱਜ ਉਸੇ ਹੀ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦੀ ਜੈ ਜੈਕਾਰ ਦੀ ਧੁਨੀ ਦਾ ਜਾਪ ਹੋਵੇਗਾ। ਜੈ 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 ਸੁਰਲੋਕ। ਆਪਾਂ ਵੀ ਉਸ ਦੇ ਉਸ ਵਕਤ ਦੇ ਸੰਗਤ ਦੇ ਵਿੱਚ ਆਪਾਂ ਸ਼ਾਮਲ ਹੋਈਏ। ਉਸ ਧੁਨੀ ਅਲਾਪਣ ਦੇ ਵਿੱਚ ਆਪਾਂ ਵੀ ਹਾਜ਼ਰ ਹੋਈਏ। ਸਾਰਿਆਂ ਨੂੰ ਬੇਨਤੀ ਹੈ ਕਿ ਆਪ ਵੀ ਆਓ, ਦੂਸਰਿਆਂ ਨੂੰ ਵੀ ਪ੍ਰੇਰਣਾ ਕਰੋ। ਜੋ ਉੱਥੇ ਤਿਆਰੀਆਂ ਹੋ ਰਹੀਆਂ ਨੇ ਉਹ ਨਾਲ ਦੀ ਨਾਲ ਉਹਦੀ ਅਪਡੇਟ ਜਿਹੜੀ ਹੈ ਉਹ ਫੇਸਬੁੱਕਾਂ 'ਤੇ ਆ ਰਹੀ ਹੈ। ਰਾਤ ਦੇ ਜਿਹੜੇ ਦ੍ਰਿਸ਼ ਨੇ ਉਹ ਬੜੇ ਹੀ ਸੁੰਦਰ ਮਨਮੋਹਕ ਸਨ। ਉੱਥੋਂ ਦੀ ਲਾਈਟਿੰਗ, ਉੱਥੋਂ ਦਾ ਜਿਹੜਾ ਰੱਖ ਰਖਾਵ ਪ੍ਰਬੰਧ ਕੀਤਾ ਜਾ ਰਿਹਾ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਾਕੋਂ। ਤੂੰ ਠਾਕੁਰ ਊਚ ਭਗਵਨਾ, ਨਿਰੰਕਾਰੀ ਨਿਰੰਜਣੀ ਜੋਤ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 8ਵੇਂ ਜੋਤੀ ਸਰੂਪ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਚਰਨ ਛੋਹ ਪ੍ਰਾਪਤ ਗੁਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਦੀਨ ਦੁਨੀਆ ਦੇ ਵਾਲੀ, ਗਿਆਨ ਦੇ ਸਾਗਰ, ਸਰਬ ਸ਼ਕਤੀਮਾਨ, ਰੂਹਾਨੀਅਤ ਦੇ ਮੁਜੱਸਮੇ, ਸਮੁੱਚੀ ਮਾਨਵਤਾ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੇ ਸਮੂਹ ਸਤ ਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਦਾਤੇ ਦੇ ਘਰ ਦੇ ਵਿੱਚ ਆਤਮਿਕ ਆਨੰਦ ਦੀ ਦਾਤ ਦੇਣ ਵਾਲੀ ਅੰਮ੍ਰਿਤਮਈ ਬਾਣੀ, ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਹੋਇਆਂ ਪਿਆਰ ਦੀ ਔਰ ਨਿਵਾਜਦੀ ਹੈ। ਇਸ ਅੰਮ੍ਰਿਤਮਈ ਗੁਰਬਾਣੀ ਦੇ ਲੜੀਵਾਰ ਚੱਲ ਰਹੇ ਕਥਾ ਪ੍ਰਵਾਹ ਦੇ ਵਿੱਚੋਂ ਆਪ ਜੀ ਨੇ ਜੋ ਅੰਮ੍ਰਿਤ ਬਚਨਾਂ ਦਾ ਪਾਠ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੀ ਰਸਨਾ ਤੋਂ ਸ਼੍ਰਵਣ ਕੀਤਾ ਹੈ। ਆਓ ਉਨ ਅੰਮ੍ਰਿਤ ਬਚਨਾਂ ਦੀ ਸਾਂਝ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿਗੁਰੂ ਕਿਰਪਾ ਕਰੇ ਆਪਾਂ ਸਾਰੇ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਆਸਰਾ ਲੈਂਦਿਆਂ ਹੋਇਆਂ ਬੜੇ ਪਿਆਰ ਨਾਲ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਹੜੇ ਅੰਮ੍ਰਿਤ ਬੋਲਾਂ ਨੂੰ ਅਸੀਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ 57 ਸ਼ਲੋਕ, ਜਿਨ੍ਹਾਂ ਨੂੰ ਅਸੀਂ ਬੜੇ ਅਦਬ ਦੇ ਨਾਲ ਕਈ ਵਾਰ ਭੋਗ ਦੇ ਸ਼ਲੋਕ ਵੀ ਕਹਿੰਦੇ ਹਾਂ, ਤੇ ਨਾ ਅੰਮ੍ਰਿਤ ਬਚਨਾਂ ਦੇ ਵਿੱਚੋਂ ਆਪ ਜੀ ਨੇ ਇਹ ਜੋ ਪਾਵਨ ਪਾਠ ਸ਼੍ਰਵਣ ਕੀਤੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਜੋ ਮਨੁੱਖ ਹੈ ਉਹ ਵਧੇਰੇ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਝੋਰਿਆਂ ਦੇ ਵਿੱਚ ਫਸਿਆ ਰਹਿੰਦਾ ਹੈ। ਚਿੰਤਤ ਹੀ ਦਿਸੈ ਸਭ ਕੋਇ। ਪਰੰਤੂ ਇਹ ਸੰਸਾਰ, ਇਸ ਸਮਾਜ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਚਿੰਤਾ ਕਰਦੇ ਨੇ, ਦੂਸਰੇ ਉਹ ਹੁੰਦੇ ਨੇ ਜਿਹੜੇ ਚਿੰਤਨ ਕਰਦੇ ਨੇ। ਪਰੰਤੂ ਚਿੰਤਨ ਕਰਨ ਵਾਲਿਆਂ ਨਾਲੋਂ ਵਧੇਰੇ ਚਿੰਤਾ ਕਰਨ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਚਿੰਤਨ ਜਿਹਦੇ ਉੱਪਰ ਮਾਲਕ ਤੁੱਠਦਾ ਹੈ, ਕਿਰਪਾ ਕਰਦਾ ਹੈ, ਉਹ ਕਰਦਾ ਹੈ, ਬਲਕਿ ਉਹ ਰੱਬ ਨੂੰ ਯਾਦ ਕਰਦਾ ਹੈ। ਔਰ ਚਿੰਤਾ ਹਰ ਇੱਕ ਮਨੁੱਖ ਕਰਦਾ ਹੈ। ਚਿੰਤਾ ਮਨੁੱਖ ਦੇ ਜੀਵਨ ਨੂੰ ਸਵਾਰਦੀ ਨਹੀਂ ਹੈ। ਅਸੀਂ ਕਈ ਵਾਰ ਦਾਨਸ਼ਮੰਦਾਂ ਦੇ ਪਾਸੋਂ ਸੁਣਦੇ ਹਾਂ ਕਿ ਚਿੰਤਾ ਚਿਖਾ ਬਰਾਬਰੀ। ਜਿਹੜੀ ਚਿੰਤਾ ਹੈ ਚਿਖਾ ਵਰਗੀ ਹੁੰਦੀ ਹੈ। ਚਿਖਾ ਕੀ ਹੁੰਦੀ ਹੈ? ਜਦੋਂ ਕਿਸੇ ਮੁਰਦੇ ਦਾ ਅੰਤਮ ਸੰਸਕਾਰ ਕੀਤਾ ਜਾਵੇ ਤੇ ਜਿਹੜਾ ਅੰਗੀਠਾ ਚੁਣਿਆ ਜਾਂਦਾ ਹੈ ਉਹਨੂੰ ਅਸੀਂ ਕਹਿ ਦਿੰਦੇ ਚਿਖਾ। ਔਰ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਚਿਖਾ ਦੀ ਅੱਗ ਕੇਵਲ ਮੁਰਦੇ ਨੂੰ ਸਾੜਦੀ ਹੈ, ਤੇ ਜਾਂ ਕਿਸੇ ਨੂੰ ਬਦੋ ਬਦੀ ਵਿੱਚ ਸੁੱਟਿਆ ਜਾਵੇ ਤਾਂ। ਪਰੰਤੂ ਜੋ ਚਿੰਤਾ ਦੀ ਅੱਗ ਹੈ, ਇਹ ਮਨੁੱਖ ਦੇ ਜਿਉਂਦੇ ਜੀ ਤਨ ਤੇ ਮਨ ਦੋਹਾਂ ਦਾ ਧੂੰਆਂ ਕੱਢ ਕੇ ਰੱਖ ਦਿੰਦੀ ਹੈ।
ਜਦੋਂ ਤੱਕ ਅਸੀਂ ਇਹਨਾਂ ਚਿੰਤਾਵਾਂ ਝੋਰਿਆਂ ਦੇ ਵਿੱਚ ਫਸੇ ਰਹਾਂਗੇ ਉਦੋਂ ਤੱਕ ਅਸੀਂ ਆਪਣੀ ਜ਼ਿੰਦਗੀ ਦਾ ਲੁਤਫ ਨਹੀਂ ਮਾਣ ਸਕਾਂਗੇ। ਇਹ ਚਿੰਤਾਵਾਂ ਝੋਰੇ ਪਣਪਦੇ ਕਦੋਂ ਨੇ? ਜਦੋਂ ਅਸੀਂ ਕੇਵਲ ਤੇ ਕੇਵਲ ਸੰਸਾਰਿਕ ਪਦਾਰਥਕ ਮੋਹ ਦੇ ਵਿੱਚ ਬੁਰੀ ਤਰ੍ਹਾਂ ਗਲਤਾਨ ਹੋ ਜਾਂਦੇ ਹਾਂ। ਬਾਰ-ਬਾਰ ਸਾਨੂੰ ਗੁਰਬਾਣੀ ਦੇ ਰਾਹੀਂ ਸੇਧ ਦਿੱਤੀ ਗਈ, ਇਹ ਬੰਦਿਆ, ਜਿਹੜੀ ਚੀਜ਼ ਦਾ ਤੈਨੂੰ ਚੇਤਾ ਕਰਨਾ ਚਾਹੀਦਾ ਸੀ ਉਹ ਤੇ ਤੂੰ ਕੀਤਾ ਹੀ ਨਹੀਂ। ਜਿਸ ਮਾਲਕ ਨੇ ਤੇਰੀ ਝੋਲੀ ਦੇ ਅੰਦਰ ਸੁੱਖ ਆਨੰਦ ਪਾਉਣੇ ਸੀ ਉਸ ਵਾਹਿਗੁਰੂ ਨੂੰ ਤੇ ਤੂੰ ਕਦੀ ਚੇਤਿਆ ਹੀ ਨਹੀਂ। ਔਰ ਸੱਚਮੁੱਚ ਮਨੁੱਖ ਦੇ ਚੇਤੇ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਹੈ। ਕਿੰਨੇ ਕਿਹੜੇ ਸਮੇਂ ਮੈਨੂੰ ਮਾੜਾ ਕਿਹਾ, ਕਿੰਨੇ ਕਿਹਦੀ ਚੁਗਲੀ ਕੀਤੀ, ਕਿਹਦੀ ਨਿੰਦਿਆ ਕੀਤੀ, ਕਿਹਦੀ ਬਖਤੋਈ ਕੀਤੀ, ਕਿੰਨੇ ਮਾੜਾ ਬੋਲਿਆ, ਜਾਂ ਫਲਾਣੇ ਦੇ ਪਰਿਵਾਰ ਵਿੱਚ ਕੀ ਹੋ ਰਿਹਾ ਹੈ, ਫਲਾਣੇ ਦੀ ਧੀ ਕੀ ਕਰ ਰਹੀ ਹੈ, ਫਲਾਣੇ ਦਾ ਪੁੱਤ ਕੀ ਕਰ ਰਿਹਾ ਹੈ। ਸਾਨੂੰ ਬੜਾ ਕੁਝ ਚੇਤੇ ਵਿੱਚ ਹੈ। ਇਹਦੇ ਨਾਲ ਸਾਨੂੰ ਆਨੰਦ ਨਹੀਂ ਮਿਲਿਆ, ਬਲਕਿ ਅਸੀਂ ਆਪਣੀ ਜ਼ਿੰਦਗੀ ਦੇ ਸਕੂਨ ਨੂੰ ਗਵਾਇਆ ਹੈ। ਚੰਗੀ ਗੱਲ ਤਾਂ ਇਹ ਸੀ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਚੇਤੇ ਵਿੱਚ ਵਸਾਉਂਦੇ, ਉਸ ਨੂੰ ਅਸੀਂ ਚੇਤਦੇ। ਫਿਰ ਅਸੀਂ ਇੱਕ ਬਹਾਨਾ ਬਣਾ ਲਿਆ, ਅਜੇ ਬੜੀ ਉਮਰ ਪਈ ਹੈ, ਕੋਈ ਗੱਲ ਨਹੀਂ, ਰੱਬ ਦਾ ਨਾਮ ਵੀ ਜਪ ਲਾਂਗੇ। ਜੇ ਕਿਸੇ ਬਜ਼ੁਰਗ ਨੇ ਔਰ ਕਿਸੇ ਗਿਆਨੀ ਭਾਈ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਅਸੀਂ ਝੱਟ ਦੇਣੀ ਕਹਿ ਦਿੱਤਾ, ਹਾਂ ਤੁਹਾਡਾ ਤਾਂ ਰੁਜ਼ਗਾਰ ਹੈ, ਤੁਹਾਨੂੰ ਤਾਂ ਤਨਖਾਹ ਮਿਲਦੀ ਹੈ, ਤੁਸੀਂ ਤਾਂ ਪ੍ਰਚਾਰ ਕਰਦੇ ਹੋ। ਰਹੀ ਗੱਲ ਜਦੋਂ ਅਸੀਂ ਵੀ ਤੁਹਾਡੇ ਵਰਗੇ ਬੁੱਢੇ ਠੇਰੇ ਹੋ ਜਾਵਾਂਗੇ ਉਦੋਂ ਅਸੀਂ ਵੀ ਰੱਬ ਦਾ ਨਾਮ ਜਪ ਲਾਂਗੇ। ਸਾਡੇ ਕੋਲ ਬਹੁਤ ਸਾਰੀਆਂ ਟਕੌਂਚੀਆਂ ਹੁੰਦੀਆਂ ਨੇ। ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਔਰ ਅੱਜ ਵੀ ਕਰ ਰਹੇ ਨੇ, ਅੱਜ ਵੀ ਸਮਝਾ ਰਹੇ ਨੇ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਅਵਧ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਇਹ ਬੰਦਿਆ ਅਜੇ ਵੀ ਤੇਰੇ ਕੋਲ ਮੌਕਾ ਹੈ। ਅਜੇ ਵੀ ਤੂੰ ਜੇ ਚੇਤਨਾ ਚਾਹੁੰਦਾ ਹੈ, ਚਿੰਤਨ ਕਰਨਾ ਚਾਹੁੰਦਾ ਹੈ ਤੇ ਤੇਰੇ ਕੋਲ ਮੌਕਾ ਬੜਾ ਸੋਹਣਾ ਹੈ। ਰਾਤ ਦਿਨ ਇੱਕ ਕਰਦੇ, ਹਰ ਵੇਲੇ ਵਾਹਿਗੁਰੂ ਨੂੰ ਚਿੱਤੇ ਵਿੱਚ ਰੱਖਿਆ ਕਰ। ਅਸੀਂ ਕਹਿੰਦੇ ਹਾਂ ਸਤਿਗੁਰੂ ਤੁਹਾਡੇ ਬੋਲ ਸੱਚੇ ਨੇ, ਤੁਹਾਡਾ ਧੰਨਵਾਦ ਹੈ, ਤੁਸੀਂ ਸਾਨੂੰ ਪ੍ਰੇਰਨਾ ਦਿੰਦੇ ਹੋ, ਬੜੇ ਸਰਲ ਅਤੇ ਸੁਖੈਣ ਸ਼ਬਦਾਂ ਰਾਹੀਂ ਸਮਝਾਉਂਦੇ ਹੋ। ਪਰ ਕਰੀਏ ਕੀ, ਪਰਿਵਾਰ ਦੇ ਝਮੇਲੇ ਬਹੁਤ ਜ਼ਿਆਦਾ ਨੇ, ਇੰਨਾ ਟਾਈਮ ਹੀ ਕਿੱਥੇ ਹੈ ਅਸੀਂ 2 ਘੜੀਆਂ ਬੈਠ ਕੇ ਰੱਬੀ ਇਬਾਦਤ ਕਰ ਲਈਏ। ਗੁਰਮੁਖੋ ਮੇਰੇ ਸਤਿਗੁਰਾਂ ਨੇ ਸਾਡੇ ਉੱਪਰ ਬੜਾ ਵੱਡਾ ਤਰਸ ਕੀਤਾ ਹੈ, ਸਮੁੱਚੀ ਲੋਕਾਈ ਦੇ ਉੱਤੇ। ਉਹਨਾਂ ਨੇ ਸਾਨੂੰ ਕਿਸੇ ਤਰ੍ਹਾਂ ਦੇ ਕਰਮ ਕਾਂਡ ਵਿੱਚ ਨਹੀਂ ਧਕੇਲਿਆ, ਨਹੀਂ ਕਿਹਾ ਤੁਸੀਂ ਪਹਾੜਾਂ ਦੀਆਂ ਗੁਫਾਵਾਂ 'ਚ ਜਾ ਕੇ ਬੈਠੋ, ਨਹੀਂ ਕਿਹਾ ਤੁਸੀਂ ਜਾ ਕੇ ਜੰਗਲਾਂ ਦੇ ਕੰਢੇ ਮਿੱਧੋ, ਨਹੀਂ ਕਿਤੇ ਕਿਹਾ ਤੁਸੀਂ ਪੁੱਠੇ ਲਟਕੇ ਜਾਂ ਅੱਗ ਦੀਆਂ ਧੂਣੀਆਂ ਤਪਾ ਕੇ ਬੈਠੋ, ਫਿਰ ਤੁਸੀਂ ਰੱਬ ਦਾ ਨਾਮ ਜਪ ਸਕਦੇ ਹੋ। ਜਿੰਨੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਅਸੀਂ ਤਾਂ ਕਈ ਜਨਮ ਲੈ ਕੇ ਵੀ ਉਹਨਾਂ ਤੋਂ ਸਦਕੇ ਜਾਈਏ, ਵਾਰਨੇ ਜਾਈਏ, ਪਰੰਤੂ ਮੁਕੰਮਲ ਰੂਪ ਦੇ ਵਿੱਚ ਧੰਨਵਾਦ ਨਹੀਂ ਕਰ ਪਾਵਾਂਗੇ। ਉਹਨਾਂ ਦੇ ਸੁਨਹਿਰੀ ਸਿਧਾਂਤਾਂ ਦੇ ਵਿੱਚੋਂ ਸਾਨੂੰ ਇਹ 3 ਸਿਧਾਂਤ ਜਿਹੜੇ ਨੇ ਤਕਰੀਬਨ ਹਰ ਇੱਕ ਨੂੰ ਯਾਦ ਨੇ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਨੇ ਕਦੋਂ ਕਿਹਾ ਸੀ ਹੱਥ ਤੇ ਹੱਥ ਧਰ ਕੇ ਬਹਿ ਜਾਓ? ਕਦੋਂ ਕਿਹਾ ਸੀ? ਗੁਰੂ ਤਾਂ ਸਗੋਂ ਇਹ ਕਹਿੰਦੇ ਸੀ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੋਲ ਨਾ ਲੱਗੀਏ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੂੰ ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ। ਤਾਂ ਮੈਂ ਇਹਨੂੰ ਬੜੇ ਛੋਟੇ ਜਿਹੇ ਸ਼ਬਦਾਂ ਰਾਹੀਂ ਅਰਜ਼ ਕਰਿਆ ਕਰਦਾ ਹਾਂ। ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਬੜੇ ਪਿਆਰ ਨਾਲ ਬਾਣੀ ਪੜ੍ਹਿਆ ਕਰੋ, ਵਿਚਾਰ ਕੇ ਬਾਣੀ ਪੜ੍ਹਿਆ ਕਰੋ। ਜ਼ਰੂਰੀ ਨਹੀਂ ਹੈ ਕਿ ਅਸੀਂ ਇੰਨਿਆਂ ਮਿੰਟਾਂ 'ਚ ਕੰਮ ਮੁਕਾਉਣਾ ਹੈ। ਜ਼ਿਆਦਾਤਰ ਸਾਡੀ ਕੋਸ਼ਿਸ਼ ਹੁੰਦੀ ਹੈ, ਨਹੀਂ ਜੀ ਹੋਰ ਵੀ ਕਾਰਜ ਹੈਗੇ ਨੇ, ਹੋਰ ਵੀ ਕੰਮ ਨੇ, ਅਸੀਂ ਜਲਦੀ ਕਰਦੇ। ਪਿਆਰ ਨਾਲ ਬਾਣੀ ਪੜ੍ਹਿਆ ਕਰੀਏ। ਇਹ ਗੱਲ ਕੇਵਲ ਤੁਹਾਡੇ ਵਾਸਤੇ ਨਹੀਂ, ਮੇਰੇ ਵਾਸਤੇ ਵੀ ਹੈ। ਜਦੋਂ ਅਸੀਂ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਾਂਗੇ, ਸਮਝ ਕੇ ਬਾਣੀ ਪੜ੍ਹਾਂਗੇ,
ਤੇ ਸਤਿਗੁਰਾਂ ਦੇ ਐਸੇ ਅੰਮ੍ਰਿਤ ਬੋਲ ਜਿਹੜੇ ਨੇ ਉਹ ਸਾਡੇ ਨਜ਼ਰ ਹੀ ਪੈਂਦੇ ਨੇ, ਜਿਹੜੇ ਸਾਨੂੰ ਸਮਝਾਉਂਦੇ ਨੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰੱਖ ਮਨ ਮਾਹੇ। ਇਹ ਸਾਰੀ ਅਸ਼ਟਪਦੀ ਨੂੰ ਪੜ੍ਹ ਕੇ ਦੇਖ ਲਈਏ ਅਸੀਂ। ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਸੌਖੇ ਤੋਂ ਸੌਖੇ ਢੰਗ ਨਾਲ ਸਾਨੂੰ ਸਮਝਾਇਆ ਹੈ ਕਿ ਇਹ ਬੰਦਿਆ ਜਿਹਦੀ ਕਿਰਪਾ ਨਾਲ ਤੂੰ ਤਰ੍ਹਾਂ ਤਰ੍ਹਾਂ ਦੇ ਟੇਸਟੀ ਪਦਾਰਥ ਛਕਦਾ ਹੈ, ਕਦੇ ਉਸ ਮਾਲਕ ਦਾ ਵੀ ਧੰਨਵਾਦ ਕਰ ਲਿਆ ਕਰ, ਕਹਿ ਦਿਆ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ। ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਸਫ਼ਰ ਨੂੰ ਸੁਖੈਨ ਕੀਤਾ ਹੋਇਆ, ਗੱਡੀਆਂ ਮੋਟਰਾਂ ਦੀ ਤੇਰੇ ਕੋਲ ਪ੍ਰਾਪਤੀ ਹੈ, ਕਦੇ ਸਲਫ ਮਾਰ ਲੱਗਿਆ, ਰੱਬ ਦਾ ਨਾਮ ਜਪ ਲਿਆ ਕਰ। ਉਹ ਭਲਿਆ ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਘਰ ਮਕਾਨ ਦੇ ਵਿੱਚ ਰਹਿ ਰਿਹਾ ਹੈ, ਸੋਹਣੀ ਸੇਜਾਂ ਨੂੰ ਮਾਣ ਰਿਹਾ ਹੈ, ਸੁੱਖ ਦੀ ਜ਼ਿੰਦਗੀ ਜੀਉ ਰਿਹਾ ਹੈ, ਜਿਹਦੀ ਕਿਰਪਾ ਦੇ ਨਾਲ ਤੇਰਾ ਇਹ ਸਰੀਰ ਕੁੰਦਣ ਵਰਗਾ ਹੈ, ਬਲਕਿ ਰੋਗਾਂ ਤੋਂ ਮੁਕਤ ਹੈ, ਕਦੀ ਉਹਦਾ ਆਪਣੀ ਜ਼ੁਬਾਨ ਤੋਂ ਧੰਨਵਾਦ ਵੀ ਕਰ ਦਿਆ ਕਰ। ਜਦੋਂ ਅਸੀਂ ਉਹਦੀਆਂ ਬਖਸ਼ਿਸ਼ਾਂ ਨੂੰ ਚੇਤੇ ਵਿੱਚ ਰੱਖਦਿਆਂ ਹੋਇਆਂ ਧੰਨਵਾਦ ਕਰਦੇ ਜਾਂਦੇ ਹਾਂ, ਬਸ ਇਹੀ ਉਹਦੀ ਯਾਦ ਵਿੱਚ ਜੁੜਨਾ ਹੈ, ਇਹੀ ਉਹਦੀ ਯਾਦ ਵਿੱਚ ਜੁੜਨਾ ਹੈ। ਅਸੀਂ ਆਪਣੇ ਘਰ ਨੂੰ ਆਏ ਹਾਂ, ਵਾਹਿਗੁਰੂ ਤੇਰਾ ਧੰਨਵਾਦ ਹੈ। ਬਹੁਤ ਸਾਰਾ ਟ੍ਰੈਫਿਕ ਸੀ, ਅੱਜ ਕੱਲ੍ਹ ਤਾਂ ਆਪ ਹੀ ਹੈ, ਜੇ ਬਚਿਆ ਜਾਵੇ ਤਾਂ ਬਚ ਸਕਦਾ ਹੈ। ਤੁਸੀਂ ਕਿਰਪਾ ਕਰਕੇ ਮੈਨੂੰ ਸੁੱਖ ਸ਼ਾਂਤ ਨਾਲ ਆਪਣੇ ਘਰ ਪਹੁੰਚਾ ਦਿੱਤਾ ਹੈ, ਤੁਹਾਡਾ ਸ਼ੁਕਰ ਹੈ। ਰੱਬ ਜੀ ਦਾ ਧੰਨਵਾਦ ਕਰਨਾ, ਸ਼ੁਕਰਾਨਾ ਕਰਨਾ ਹੀ ਉਸ ਦੀ ਯਾਦ ਵਿੱਚ ਜੁੜਨਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਦੇਰੀ ਨਾ ਲਾ, ਕਿਉਂਕਿ ਜਿਹੜਾ ਕੋਰਾ ਭਾਂਡਾ ਹੁੰਦਾ ਹੈ ਪਾਣੀ ਤਾਂ ਉਹਦੇ ਵਿੱਚੋਂ ਵੀ ਸਿਮਦਾ ਹੈ। ਕਈ ਵਾਰ ਕਿਤੇ ਆਪਾਂ ਕੋਰੇ ਭਾਂਡਿਆਂ 'ਚ ਜਲ ਰੱਖਿਆ ਹੋਵੇ ਨਾ, ਤੇ ਉਹਦੇ ਵਿੱਚੋਂ ਵੀ ਪਾਣੀ ਥੋੜ੍ਹਾ ਥੋੜ੍ਹਾ ਸਿਮਦਾ ਹੈ। ਪਰ ਜੇ ਕਿਤੇ ਉਹ ਭਾਂਡਾ ਥੋੜ੍ਹਾ ਜਿਹਾ ਫੁੱਟ ਜਾਵੇ, ਉਹਨੂੰ ਤੇੜ ਆ ਜਾਵੇ, ਤੇ ਪਾਣੀ ਫਿਰ ਬੜੀ ਜਲਦੀ ਦੇ ਨਾਲ ਘੜੇ ਦੇ ਵਿੱਚੋਂ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਤੇਰੇ ਇਸ ਸਰੀਰ ਦੇ ਅੰਦਰ, ਬਲਕਿ ਮਨੁੱਖੀ ਜੀਵਨ ਦੇ ਅੰਦਰ ਬਹੁਤ ਸਾਰੇ ਛੇਕ ਨੇ, ਤੂੰ ਬੜਿਆਂ ਥਾਵਾਂ ਤੋਂ ਟੁੱਟਾ ਫੁੱਟਾ ਹੈ। ਔਰ ਯਾਦ ਰੱਖੀ ਛਿਨ ਛਿਨ ਆਉਦ ਬਿਹਾਤ ਹੈ, ਫੂਟੇ ਘਟ ਜਿਉਂ ਪਾਣੀ। ਜਿਵੇਂ ਫੁੱਟੇ ਹੋਏ ਤਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਇੱਕ ਦਿਨ ਖਤਮ ਹੋ ਜਾਂਦਾ ਹੈ, ਤੇਰੇ ਅੰਦਰੋਂ ਵੀ ਇਹ ਸਵਾਸ ਜਿਹੜੇ ਨੇ ਇੱਕ ਦਿਨ ਮੁੱਕ ਜਾਣੇ ਨੇ। ਰਹਾਉ ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ। ਇਹ ਮੂਰਖ, ਇਹ ਆਤਮਿਕ ਸੂਝ ਬੂਝ ਵਾਲੇ ਪਾਸੇ ਤੋਂ ਸਖਣੇ, ਇਹ ਅਗਿਆਨੀ ਪੁਰਖ, ਇਹ ਬੇਸਮਝ। ਤੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਕਿਉਂ ਗਾਇਨ ਨਹੀਂ ਕਰਦਾ? ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨਾ। ਤੂੰ ਝੂਠੇ ਦੁਨਿਆਵੀ ਲਾਲਚਾਂ ਪਦਾਰਥਾਂ ਵਿੱਚ ਲੱਗਿਆ ਹੋਇਆ, ਮਾਲਕ ਵਾਹਿਗੁਰੂ ਨੂੰ ਵੀ ਵਿਸਾਰਿਆ ਹੋਇਆ, ਤੂੰ ਉਸ ਨੂੰ ਵੀ ਕਦੀ ਯਾਦ ਨਹੀਂ ਕਰਦਾ। ਅਜੇ ਵੀ ਤੇਰੇ ਕੋਲ ਬਹੁਤ ਸੋਹਣਾ ਮੌਕਾ ਹੈ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਨਹੀਂ ਹੈ, ਅਜੇ ਵੀ ਤੇਰੇ ਕੋਲ ਬੜਾ ਸੋਹਣਾ ਮੌਕਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਕਿ ਜਿਨ੍ਹਾਂ ਨੇ ਜਵਾਨੀ ਵੇਲੇ, ਜਦੋਂ ਉਹ ਠੀਕ ਚੱਲ ਫਿਰ ਸਕਦੇ ਸੀ, ਆਪਣੀ ਮਿਹਨਤ ਮਸ਼ੱਕਤ ਦੇ ਨਾਲ ਰੱਬ ਜੀ ਦੇ ਨਾਮ ਨੂੰ ਜਪ ਸਕਦੇ ਸੀ, ਜਿਨ੍ਹਾਂ ਨੇ ਉਦੋਂ ਰੱਬ ਦਾ ਨਾਮ ਨਹੀਂ ਜਪਿਆ, ਬੁਢਾਪੇ ਵਿੱਚ ਤਾਂ ਕੋਈ ਹੈ ਜਿਹੜਾ ਪ੍ਰਭੂ ਪਿਆਰੇ ਦੇ ਚਰਨਾਂ ਦੀ ਪ੍ਰੀਤ ਦਾ ਮਾਲਕ ਬਣਦਾ ਹੈ। ਪਰੰਤੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਤਰਸ ਕਰਕੇ ਉਸ ਸ਼ਬਦ ਦਾ ਐਕਸਪਲੇਨ ਕੀਤਾ ਹੈ, ਜੋ ਬਾਬਾ ਫਰੀਦ ਸਾਹਿਬ ਤੁਹਾਨੂੰ ਮੈਨੂੰ ਸਮਝਾਉਣਾ ਚਾਹੁੰਦੇ ਨੇ। ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਵਾਹਿਗੁਰੂ ਅਕਾਲ ਪੁਰਖ ਇਹ ਨਹੀਂ ਕਿ ਉਹ ਇੱਕ ਸਮੇਂ ਹੁੰਦਾ ਜਾਂ ਇੱਕ ਸਮੇਂ ਨਹੀਂ ਹੁੰਦਾ। ਜੇ ਕੋ ਚਿੱਤ ਕਰੇ, ਜੇ ਹਾਲੇ ਵੀ ਕੋਈ ਆਪਣੇ ਚਿੱਤ ਦੇ ਵਿੱਚ ਉਸ ਨੂੰ ਚੇਤ ਲਵੇ, ਟਿਕਾ ਲਵੇ, ਤਾਂ ਮਾਲਕ ਆਪ ਉੱਠਦਾ ਹੈ,
ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੇ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜਿਸ ਭਾਵੈ ਤਿਸ ਦੇ। ਅਸੀਂ ਕੇਵਲ ਉਸ ਨੂੰ ਚੇਤਨਾ ਹੈ, ਅਸੀਂ ਕੇਵਲ ਉਸ ਨੂੰ ਸਿਮਰਨਾ ਹੈ, ਅਸੀਂ ਉਹਦੇ ਕੀਤੇ ਹੋਏ ਗੁਣਾਂ ਨੂੰ, ਕੀਤੇ ਹੋਏ ਉਪਕਾਰਾਂ ਨੂੰ ਹਰ ਵੇਲੇ ਯਾਦ ਰੱਖਣਾ ਹੈ। ਮੇਰੇ ਮਾਲਕ ਨੇ ਮੇਰੇ 'ਤੇ ਬਹੁਤ ਉਪਕਾਰ ਕੀਤੇ ਨੇ, ਅਸੀਂ ਕੇਵਲ ਉਸ ਦਾ ਧੰਨਵਾਦ ਕਰਨਾ ਹੈ। ਉਹ ਆਪ ਹੀ ਟੁੱਟ ਕੇ ਆਪਣੇ ਪ੍ਰੇਮ ਦਾ ਪਿਆਲਾ ਜਿਹੜਾ ਉਹ ਸਾਨੂੰ ਛਕਾ ਦਿੰਦਾ, ਜਿਹਦੇ ਨਾਲ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹਾਲੇ ਵੀ ਤੇਰੇ ਕੋਲ ਮੌਕਾ ਹੈ, ਤੂੰ ਆਪਣੇ ਆਪ ਨੂੰ ਸਵਾਰ ਸਕਦਾ ਹੈ। ਜੋ ਸਮਾਂ ਪਹਿਲਾਂ ਲੰਘ ਗਿਆ। ਸਿਆਣੇ ਲੋਕ ਤੇ ਕਹਿੰਦੇ ਨੇ, ਜਦੋਂ ਕਮਾਦ ਦੇ ਵਿੱਚੋਂ ਸਾਰੇ ਗੰਨੇ ਪੀੜੇ ਗਏ ਹੋਣ ਨਾ, ਤੇ ਜੇ ਤੇਰੇ ਕੋਲੋਂ ਇੱਕ ਗੰਨਾ ਵੀ ਬਚਾਇਆ ਗਿਆ ਹੈ ਤੇ ਤਾਂ ਵੀ ਤੂੰ ਵੱਡਿਆਂ ਭਾਗਾਂ ਵਾਲਾ ਹੈ, ਕਿਉਂਕਿ ਇਹ ਗੰਨੇ ਦੀਆਂ ਜਿਹੜੀਆਂ ਪੋਰੀਆਂ ਨੇ ਉਹਨਾਂ ਨੂੰ ਤੂੰ ਦੁਬਾਰਾ ਬੀਜ ਕੇ ਫਿਰ ਹੋਰ ਗੰਨੇ ਪ੍ਰਾਪਤ ਕਰ ਸਕਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ। ਅਜਹੁ ਕਛ ਬਿਗੜਿਓ ਨਾਹਿਨ, ਅਜੇ ਕੁਝ ਨਹੀਂ ਵਿਗੜਿਆ। ਹਾਲੇ ਵੀ ਤੂੰ ਪਰਮੇਸ਼ਰ ਦੇ ਨਾਮ ਨੂੰ ਜਪ ਲਾ। ਅਜਹੁ ਕਛ ਬਿਗੜਿਓ ਨਹੀਂ, ਜੋ ਹਰ ਗੁਣ ਗਾਵੇ, ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਅਜਹੁ ਕਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ। ਬਹੁਤਾਤ ਵਿੱਚ ਅਜਿਹੇ ਸ਼ਬਦ ਸਾਡੇ ਨਜ਼ਰ ਵਿੱਚ ਪੈਂਦੇ ਨੇ, ਗੁਰੂ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ। ਜਿਵੇਂ ਜਿਵੇਂ ਅਸੀਂ ਉਸ ਰੱਬ ਜੀ ਨੂੰ ਚੇਤੇ ਵਿੱਚ ਲਿਆਉਣੇ, ਆਪਣੀ ਚੇਤਾ ਸ਼ਕਤੀ ਵਿੱਚ ਵਸਾਉਣੇ ਆ, ਸੁਭਾਵਿਕ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਖੇੜਾ ਜਿਹਾ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਫਿਰ ਓਵਰ ਐਕਟਿੰਗ ਨਹੀਂ ਕਰਨੀ ਪੈਂਦੀ ਕਿ ਹਾਂ ਜੀ ਮੈਂ ਬੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ। ਉਹ ਆਪ ਹੀ ਟੁੱਟ ਪੈਂਦੇ। ਭਗਤ ਕਬੀਰ ਸਾਹਿਬ ਜੀ ਦੇ ਅਸੀਂ ਅੰਮ੍ਰਿਤ ਬੋਲ ਪੜ੍ਹਦੇ ਔਰ ਸਰਵਣ ਕਰਦੇ ਹਾਂ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ। ਅਜੇ ਵੀ ਤੇਰੇ ਕੋਲ ਮੌਕਾ ਹੈ, ਸੁਚੇਤ ਹੋ। ਤੂੰ ਇਹ ਗਲਫਤ ਦੀ ਨੀਂਦ ਵਿੱਚੋਂ ਉੱਠ ਪੈ, ਸੁਚੇਤ ਹੋ ਜਾ ਔਰ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ। ਜਾਕਾ ਬਾਸਾ ਗੌਰ ਮੈਂ, ਸੋ ਕਿਉਂ ਸੋਵੇ ਸੋ। ਜਿਹਦਾ ਵਸੇਬਾ ਗੌਰ ਮੜੀ ਦੇ ਵਿੱਚ ਹੋਵੇ, ਉਹ ਕਿਵੇਂ ਸੁੱਖ ਨਾਲ ਸੌਂ ਸਕਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ, ਸੁਚੇਤ ਹੋ ਜਾ। ਕਬੀਰ ਸੋਤਾ ਕਿਆ ਕਰੇ, ਤੂੰ ਮਾਇਆ ਦੇ ਮਦਹੋਸ਼ ਦੇ ਮਾਇਆ ਦੇ ਨਸ਼ੇ ਵਿੱਚ ਮਦਹੋਸ਼ ਹੋਇਆ ਸੁੱਤਾ ਪਿਆ ਹੈ। ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਟ ਪਸਾਰ। ਕਬੀਰ ਸੋਤਾ ਕਿਆ ਕਰੇ, ਤੂੰ ਸੁੱਤਾ ਹੋਇਆ ਕੀ ਕਰ ਰਿਹਾ ਹੈ? ਤੂੰ ਉੱਠ ਕੇ ਰੱਬ ਜੀ ਦੇ ਨਾਮ ਨੂੰ ਜਪਦਾ ਕਿਉਂ ਨਹੀਂ? ਸੋ ਐਸੇ ਪ੍ਰੇਰਨਾਦਾਇਕ ਸਾਡੇ ਭਲਾ ਕਰਨ ਵਾਲੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਅੰਦਰ ਬਹੁਤਾਤ ਦੇ ਵਿੱਚ ਨੇ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਸ਼ਲੋਕ ਨੰਬਰ 31 ਦੇ ਰਾਹੀਂ, ਪ੍ਰਾਨੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਮਨੁੱਖ ਨੇ ਜੋ ਰਮਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੂੰ ਕਦੀ ਚੇਤਿਆ ਹੀ ਨਹੀਂ, ਆਪਣੀ ਚੇਤਾ ਸ਼ਕਤੀ ਦੇ ਵਿੱਚ ਵਸਾਇਆ ਹੀ ਨਹੀਂ। ਕਿਉਂਕਿ ਮਾਇਆ ਦਾ ਨਸ਼ਾ ਹੀ ਐਸਾ ਹੁੰਦਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਪਉ ਦੂਜਾ ਲਾਇਆ। ਜਦੋਂ ਸਾਡੇ ਕੋਲ ਦੁਨਿਆਵੀ ਧਨ ਦੌਲਤ ਹੋਵੇ, ਘਰ ਮਕਾਨ ਹੋਵੇ, ਦੂਰ ਨੇੜੇ ਜਾਣ ਵਾਸਤੇ ਸਾਡੇ ਕੋਲ ਗੱਡੀ ਮੋਟਰ ਹੋਵੇ, ਤਰ੍ਹਾਂ ਤਰ੍ਹਾਂ ਦਾ ਸਾਨੂੰ ਖਾਣਾ ਹੰਡਾਉਣਾ ਮਿਲ ਜਾਵੇ, ਸੁਭਾਵਿਕ ਹੈ ਉਦੋਂ ਰੱਬ ਫਿਰ ਕਿੱਥੇ ਚੇਤੇ ਰਹਿੰਦਾ ਹੈ। ਜੇ ਕਿਤੇ ਉਹਨੂੰ ਥੋੜ੍ਹੀ ਜਿਹੀ ਰਾਜ ਸਤਾ ਵੀ ਮਿਲ ਜਾਵੇ ਤਾਂ ਇੰਨਾ ਅੰਧਾ ਹੋ ਜਾਂਦਾ ਹੈ, ਆਤਮਿਕ ਸੂਝ-ਬੂਝ ਵਾਲੇ ਪਾਸੇ ਤੋਂ ਆਤਮਿਕ ਤੌਰ 'ਤੇ ਅੰਧਾ ਹੋ ਜਾਂਦਾ ਹੈ। ਇਹ ਸਭ ਕੁਛ ਮਾਇਆ ਹੈ। ਜੋ ਵੀ ਸਾਡੇ ਧਿਆਨ ਨੂੰ ਆਪਣੇ ਨਾਲ ਜੋੜ ਕੇ ਰੱਬ ਦਾ ਚੇਤਾ ਭੁਲਾ ਦੇਵੇ, ਉਹ ਮਾਇਆ ਹੈ।
ਰੱਬੀ ਜਾਤ ਸਾਨੂੰ ਬੜੀ ਜਲਦੀ ਨਾਲ ਵਿਸਰਦੀ ਹੈ। ਅਸੀਂ ਕਈ ਵਾਰ ਕਹਿੰਦੇ ਹਾਂ ਤਪੋਂ ਰਾਜ ਤੇ ਰਾਜੋਂ ਨਰਕ। ਅਸੀਂ ਮੰਗਦੇ ਵੀ ਹਾਂ ਕਿ ਸਤਿਗੁਰੂ ਸਾਡੇ ਕਾਰੋਬਾਰਾਂ 'ਚ ਵਾਧਾ ਹੋਵੇ, ਸਾਨੂੰ ਦੂਜਿਆਂ ਨਾਲੋਂ ਵੱਧ ਦੇ, ਸਾਨੂੰ ਰਾਜ ਸਤਾ ਦਾ ਸੁੱਖ ਮਿਲੇ। ਤੇ ਮੈਂ ਕਹਿੰਦਾ ਮੰਗਣਾ ਕੋਈ ਮਾੜੀ ਗੱਲ ਨਹੀਂ, ਮੰਗ ਲੈਣਾ ਚਾਹੀਦਾ ਹੈ। ਪਰ ਚੇਤਾ ਰੱਖਣਾ ਚਾਹੀਦਾ ਹੈ ਕਿ ਇਹ ਸਭ ਕੁਝ ਸਾਨੂੰ ਮਿਲ ਵੀ ਜਾਵੇ ਤੇ ਇਹਦੇ ਨਾਲ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਸਗੋਂ ਹੋਵੇਗਾ ਕੀ, ਜੇ ਸਾਡੇ ਕੋਲ ਤਾਕਤ ਹੋਵੇਗੀ, ਪੈਸੇ ਦੀ ਹੋਵੇਗੀ, ਰਾਜ ਸਤਾ ਦੀ ਹੋਵੇਗੀ, ਤੇ ਅਸੀਂ ਕਈ ਵਾਰ ਸਿਆਸੀ ਨਸ਼ੇ ਦੇ ਵਿੱਚ ਇੰਨੇ ਅੰਨੇ ਹੋ ਜਾਂਦੇ ਹਾਂ, ਇੰਨੇ ਅੰਨੇ ਹੋ ਜਾਂਦੇ ਹਾਂ ਕਿ ਅਸੀਂ ਪਰਜਾ ਦੇ ਉੱਪਰ ਵੀ ਜ਼ੁਲਮ ਢਾਉਣਾ ਸ਼ੁਰੂ ਕਰ ਦਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਤਪੋਂ ਰਾਜ ਤੇ ਰਾਜੋਂ ਨਰਕ। ਔਰ ਵਾਹਿਗੁਰੂ ਕਿਰਪਾ ਕਰੇ। ਮੈਂ ਆਪਣੇ ਵਾਸਤੇ ਅਰਦਾਸ ਕਰਦਾ ਹੁੰਦਾ, ਮੈਂ ਤੇ ਕਹਿੰਦਾ ਹੁੰਦਾ ਸੱਚੇ ਪਾਤਸ਼ਾਹ ਤੂੰ ਮੈਨੂੰ ਬਹੁਤ ਦਿੱਤਾ ਹੈ, ਤੇਰਾ ਧੰਨਵਾਦ ਹੈ। ਮੈਂ ਇੰਨੀ ਲਿਆਕਤ ਨਹੀਂ ਸੀ ਰੱਖਦਾ, ਮੈਂ ਇੰਨੀ ਕਾਬਲੀਅਤ ਨਹੀਂ ਸੀ ਰੱਖਦਾ ਜਿੰਨਾ ਤੂੰ ਮੈਨੂੰ ਦਿੱਤਾ ਹੈ। ਔਰ ਜਿੰਨਾ ਤੂੰ ਸੰਗਤਾਂ ਵਿੱਚ ਵਸ ਕੇ ਮੈਨੂੰ ਅਦਬ ਦੇਣਾ ਹੈ, ਸਤਿਕਾਰ ਦੇਣਾ, ਤੇਰੀ ਮਿਹਰਬਾਨੀ ਹੈ। ਮੈਨੂੰ ਪਤਾ ਹੈ ਤੂੰ ਮੈਨੂੰ ਪਹਿਲਾਂ ਬੜਾ ਦਿੱਤਾ ਹੈ, ਅੱਜ ਵੀ ਦੇ ਰਿਹਾ ਤੇ ਗਾਂ ਵੀ ਦੇਣਾ ਹੈ, ਪਰ ਮੈਨੂੰ ਓਨਾ ਕੁ ਦੇਵੀਂ ਮੇਰਾ ਦਿਮਾਗ ਟਿਕਾਣੇ ਰਹਿ ਜਾਵੇ, ਕਿਤੇ ਮੇਰੀ ਮੱਤ ਨਾ ਮਾਰੀ ਜਾਵੇ, ਤੇਰੇ ਚਰਨਾਂ ਦੀ ਪ੍ਰੀਤੀ ਕਿਤੇ ਟੁੱਟ ਨਾ ਜਾਵੇ। ਕਿਉਂਕਿ ਜਦੋਂ ਬੰਦੇ ਨੂੰ ਕੁਛ ਮਿਲਣਾ ਸ਼ੁਰੂ ਹੋ ਜਾਵੇ, ਸੁਭਾਵਿਕ ਹੈ ਅਸੀਂ ਰੱਬ ਨੂੰ ਵਸਾਰ ਦਿੰਦੇ ਹਾਂ। ਮੇਰੇ ਸਤਿਗੁਰਾਂ ਨੇ ਅੱਜ ਕਿਰਪਾ ਕਰਕੇ ਤੁਹਾਨੂੰ ਔਰ ਮੈਨੂੰ ਸਮਝਾਇਆ ਹੈ, ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੇ ਅੰਧ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਜੇ ਅਸੀਂ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਨਾ ਕਰੀਏ, ਉਸ ਨੂੰ ਆਪਣੇ ਚੇਤੇ ਵਿੱਚ ਨਾ ਵਸਾਈਏ, ਤੇ ਯਾਦ ਰੱਖਿਓ ਸਾਡੇ ਗਲ ਦੇ ਵਿੱਚ ਜਮਾਂ ਦੀ ਫਾਈ ਪਈ ਜਾਂਦੀ ਹੈ, ਪਈ ਜਾਂਦੀ ਹੈ। ਇਹਨੂੰ ਥੋੜ੍ਹਾ ਜਿਹਾ ਵਿਚਾਰੀਏ, ਜਮ ਕੀ ਹੁੰਦੇ ਨੇ? ਭਾਵੇਂ ਅਰਥਕਰਤਾਵਾਂ ਨੇ ਜਮ ਦਾ ਅਰਥ ਮੌਤ ਵੀ ਕੀਤਾ ਹੋਇਆ ਹੈ, ਮੌਤ ਦੇ ਫਰਿਸ਼ਤੇ ਵੀ ਕੀਤੇ ਹੋਏ ਨੇ। ਇਹ ਵੀ ਧਾਰਮਿਕ ਗ੍ਰੰਥ ਪੋਥੀਆਂ ਵਿੱਚ ਪੜ੍ਹਨ ਵਾਸਤੇ ਮਿਲਦਾ ਹੈ ਕਿ ਮਰਨ ਤੋਂ ਬਾਅਦ ਜਮਦੂਤ ਜਿਹੜੇ ਨੇ ਉਹ ਮਨੁੱਖ ਨੂੰ ਅੱਗੇ ਲਾ ਕੇ ਲੈ ਜਾਂਦੇ ਨੇ। ਲੇਖਾ ਜੋਖਾ ਹੁੰਦਾ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ। ਜਦੋਂ ਇਹ ਚਿੱਤਰ ਤੇ ਗੁਪਤ ਲੇਖਾ ਮੰਗਦੇ ਨੇ, ਉਦੋਂ ਤੂੰ ਕੀ ਦੇਵੇਂਗਾ ਲੇਖੇ ਵਿੱਚ? ਕਿਆ ਮੁੱਖ ਲੈ ਕੇ ਜਾਏਗਾ ਧਰਮ ਰਾਏ ਦੇ ਹਜ਼ੂਰ? ਅਜਿਹੇ ਸ਼ਬਦ ਅਸੀਂ ਪੜ੍ਹਦੇ ਹਾਂ। ਗੁਰਮੁਖੋ ਇੱਕ ਗੱਲ ਨੂੰ ਅਸੀਂ ਥੋੜ੍ਹਾ ਜਿਹਾ ਹੋਰ ਐਡ ਕਰੀਏ। ਅਗਲੇ ਜਮ ਤੇ ਆਪਾਂ ਬਾਅਦ ਵਿੱਚ ਦੇਖਾਂਗੇ ਨਾ, ਉਹ ਸਾਡੇ ਨਾਲ ਕੀ ਸਲੂਕ ਕਰਦੇ ਆ। ਪਰੰਤੂ ਜਿਉਂਦੇ ਜੀ ਵੀ ਦੇਖੀਏ, ਅਸੀਂ ਕਿਤੇ ਜਮਾਂ ਦੀ ਮਾਰ ਤਾਂ ਨਹੀਂ ਖਾ ਰਹੇ, ਕਿਤੇ ਜਮਾਂ ਦੀ ਮਾਰ ਸਹਿ ਤਾਂ ਨਹੀਂ ਰਹੇ ਸੀ। ਇਹ ਜਮ ਕੀ ਨੇ? ਜਦੋਂ ਅਸੀਂ ਬਿਨਾਂ ਵਜ੍ਹਾ ਬਹੁ ਪ੍ਰਕਾਰੀ ਚਿੰਤਾਵਾਂ ਨੂੰ ਆਪਣੇ ਗਲ ਦਾ ਹਾਰ ਬਣਾ ਲੈਂਦੇ ਹਾਂ। ਬਲਕਿ ਜਦੋਂ ਅਸੀਂ ਮਨੋਰੋਗੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਨਾਲ ਗੱਲ ਕਰਾਂਗੇ, ਉਹ ਵੀ ਕਹਿੰਦੇ ਆ 99% ਪਰੇਸ਼ਾਨੀਆਂ ਸਾਡੀਆਂ ਆਪਣੀਆਂ ਸਹੇੜੀਆਂ ਹੁੰਦੀਆਂ। ਅਸੀਂ ਬਿਨਾਂ ਵਜ੍ਹਾ ਹੀ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਦੇ ਵਿੱਚ ਗਰਸੇ ਹੋਏ ਹਾਂ। ਜਦੋਂ ਕਿ ਮੇਰਾ ਸਤਿਗੁਰੂ ਕਹਿ ਰਿਹਾ ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਲ ਜਨਤਾ ਸਭ ਤੇ। ਔਰ ਚਿੰਤਾ ਕੀ ਹੁੰਦੀ ਹੈ? ਆਉਣ ਵਾਲੇ ਸਮੇਂ ਦੀ। ਆਉਣ ਵਾਲੇ ਸਮੇਂ 'ਚ ਮੈਨੂੰ ਕੀ ਹੋਵੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰਾ ਗੁਜ਼ਾਰਾ ਕਿਵੇਂ ਹੋਵੇਗਾ। ਇਸ ਤੋਂ ਇਲਾਵਾ ਇੱਕ ਚਿੰਤਾ ਨਹੀਂ ਹੈ ਸਾਨੂੰ, ਤੇ ਖਾਣ ਹਟਾਉਣ ਦੀ ਵੀ ਚਿੰਤਾ ਲੱਗੀ ਹੋਈ ਹੈ। ਕਿਹੜੇ ਦਿਨ ਅਸੀਂ ਕੀ ਖਾਣਾ ਹੈ, ਬਹੁਤ ਸਾਰੇ ਘਰਾਂ 'ਚ ਸ਼ਡਿਊਲ ਬਣਿਆ ਹੋਇਆ ਹੈ। ਕਿਹੜਾ ਕੱਪੜਾ ਅਸੀਂ ਕਦੋਂ ਪਹਿਨਣਾ ਹੈ, ਦਿਹਾੜੀ ਵਿੱਚ ਕਿੰਨੀ ਵਾਰ ਕੱਪੜੇ ਬਦਲਣੇ ਆ। ਫਜ਼ੂਲ ਦੀਆਂ ਟੈਨਸ਼ਨਾਂ ਜਿਹੜੀਆਂ ਅਸੀਂ ਉਹ ਸਿਰ ਦੇ ਉੱਪਰ ਚੁੱਕੀ ਫਿਰਦੇ ਹਾਂ। ਔਰ ਜਿਹੜੀ ਸਾਡੇ ਕੋਲੋਂ ਭੁੱਲ ਹੋਈ ਹੈ, ਗਲਤੀ ਹੋਈ ਹੈ, ਅਸੀਂ ਪਰੇਸ਼ਾਨ ਹੋ ਰਹੇ ਹਾਂ। ਹਰ ਗਲਤੀ ਸਾਨੂੰ ਧਿਆਨ ਨਾਲ ਚੱਲਣਾ ਸਿਖਾਉਂਦੀ ਹੈ। ਕਿਤੇ ਵੀ ਠੇਡਾ ਠੋਕਰ ਲੱਗਦਾ ਹੈ, ਪਛਤਾਉਣ ਦੀ ਲੋੜ ਨਹੀਂ, ਸਮਝਣ ਦੀ ਲੋੜ ਹੁੰਦੀ ਹੈ ਕਿ ਹਾਂ ਜੇ ਮੈਂ ਪਿੱਛੇ ਭੁੱਲ ਕੀਤੀ ਹੈ, ਅੱਗੇ ਹੀ ਮੈਂ ਸਮਝ ਕੇ ਚੱਲਾਂ। ਅੱਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਅਸੀਂ ਬੀਤ ਚੁੱਕੇ ਸਮੇਂ ਦਾ ਪਛਤਾਵਾ ਤੇ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਦੇ ਵਿੱਚ ਘਿਰੇ ਰਹਿੰਦੇ ਹਾਂ।
ਔਰ ਬਿਨਾਂ ਵਜ੍ਹਾ ਅਸੀਂ ਕਿਸੇ ਦੇ ਪ੍ਰਤੀ ਈਰਖਾ ਰੱਖਦੇ ਹਾਂ, ਸਾੜਾ ਰੱਖਦੇ ਹਾਂ, ਕਿਸੇ ਦੀ ਬਦਨਾਮੀ ਕਰਦੇ ਹਾਂ, ਬਖਤੋਈ ਕਰਦੇ ਹਾਂ, ਮਾੜਾ ਸੋਚਦੇ ਹਾਂ, ਬਲਕਿ ਬੁਰੀ ਨਜ਼ਰ ਨਾਲ ਤੱਕਦੇ ਹਾਂ। ਇਹ ਸਭ ਕੁਝ ਸਾਡੇ ਕਰਨ ਦੇ ਨਾਲ ਕੁਝ ਨਹੀਂ ਹੋਣਾ, ਸਗੋਂ ਅਸੀਂ ਆਪ ਦੁਖੀ ਹੋ ਰਹੇ ਹਾਂ। ਝੂਠ ਬੋਲ ਕੇ ਪਛਤਾਵਾ ਹੋ ਰਿਹਾ ਹੈ, ਕਿਤੇ ਸੱਚ ਦਾ ਪਰਦਾ ਫਾਸ਼ ਨਾ ਹੋ ਜੇ, ਸੱਚ ਸਾਹਮਣੇ ਨਾ ਆ ਜਾਵੇ, ਕਿਤੇ ਝੂਠ ਮੇਰਾ ਸਾਰਿਆਂ ਦੇ ਸਾਹਮਣੇ ਨਾ ਆ ਜਾਵੇ, ਸੱਚ ਉਜਾਗਰ ਹੋ ਜਾਏ। ਇਹ ਜਿਹੜੇ ਜਮ ਨੇ ਰੋਜ਼ਾਨਾ ਹੀ, ਜਿਹੜੇ ਹਰ ਵੇਲੇ ਸਾਨੂੰ ਟੌਰਚਰ ਕਰਦੇ ਰਹਿੰਦੇ ਨੇ, ਆਪਾਂ ਕਦੀ ਮਹਿਸੂਸ ਨਹੀਂ ਕਰਦੇ, ਅਸੀਂ ਹਰ ਵੇਲੇ ਇਹਨਾਂ ਜਮਾਂ ਦੀ ਮਾਰ ਸਹਿ ਰਹੇ ਹਾਂ। ਜਿਹੜਾ ਅੱਜ ਅਸੀਂ ਅੰਦਰੋਂ ਖਿੰਡੇ ਹੋਏ ਹਾਂ ਨਾ, ਅੰਦਰੋਂ ਅਸੀਂ ਖਿੰਡੇ ਹੋਏ ਹਾਂ, ਉਹਦਾ ਕਾਰਨ ਹੀ ਇਹੀ ਹੈ, ਅਸੀਂ ਜਿਉਂਦੇ ਜੀ ਜਮਾਂ ਦੀ ਮਾਰ ਖਾ ਰਹੇ ਹਾਂ। ਅਜੇ ਮਰਨ ਤੋਂ ਬਾਅਦ ਤਾਂ ਕੀ ਹੋਣਾ ਉਹ ਵੱਖਰੀ ਗੱਲ ਹੈ, ਪਰ ਅਸੀਂ ਜਿਉਂਦੇ ਜੀ ਆਪਣੇ ਆਪ ਨੂੰ ਸਵਾਰੀਏ। ਮੇਰੇ ਦਾਤਾ ਜੀ ਕਹਿੰਦੇ ਨੇ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਇਹਨਾਂ ਜਮਾਂ ਦੀਆਂ ਫਾਹੀਆਂ ਜਿਹੜੀਆਂ ਸਾਡੇ ਗਲ ਦੇ ਅੰਦਰ ਪਈ ਜਾਂਦੀਆਂ ਨੇ, ਪਈ ਜਾਂਦੀਆਂ ਨੇ, ਪਰ ਸਾਨੂੰ ਰੱਬ ਦਾ ਨਾਮ ਚੇਤੇ ਆਉਂਦਾ ਹੀ ਨਹੀਂ। ਭਗਤ ਰਵਿਦਾਸ ਜੀ ਦੀ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਉੱਚੇ ਮੰਦਰ ਸਾਲ ਰਸੋਈ, ਅਸੀਂ ਬੜੇ ਉੱਚੇ ਘਰ ਮਕਾਨ ਬਣਾਏ, ਮਾੜੀ ਗੱਲ ਨਹੀਂ। ਹਰ ਬੰਦੇ ਕੋਲ ਕੁੱਲੀ ਗੁੱਲੀ ਤੇ ਜੁੱਲੀ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਔਰ ਉੱਚੇ ਘਰ ਮਕਾਨ, ਵਧੀਆ ਮੁੱਲ ਵਾਲੇ ਘਰ ਮਕਾਨ, ਵਧੀਆ ਰਸੋਈ ਘਰ ਬਣੇ ਹੋਏ ਨੇ, ਤੂੰ ਬੜਾ ਖੁਸ਼ ਹੁੰਦਾ ਹੈ, ਤੂੰ ਦੂਸਰਿਆਂ ਨੂੰ ਆਪਣਾ ਘਰ ਵਿਖਾਉਣਾ ਹੈ, ਤੇਰੇ ਮਨ 'ਚ ਖੁਸ਼ੀ ਹੈ, ਘਰ ਮੇਰਾ ਹੈ। ਪਰ ਚੇਤੇ ਰੱਖੀ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਣ ਰਹਿਣ ਨਾ ਹੋਈ। ਜਦੋਂ ਤੇਰੇ ਸਰੀਰ ਦੇ ਅੰਦਰੋਂ ਇਹ ਆਤਮਾ ਨਿਕਲ ਗਈ, ਜਿੰਦ ਨਿਕਲ ਗਈ, ਤੇ ਤੇਰੇ ਪਰਿਵਾਰ ਦੇ ਮੈਂਬਰਾਂ ਨੇ ਵੀ ਕਹਿਣਾ ਹੈ ਕਿ ਜਲਦੀ ਜਲਦੀ ਇਹਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ। ਇਹ ਤੇਰਾ ਤਨ ਜਿਹਦੀ ਸੁੱਖ ਸਹੂਲਤ ਵਾਸਤੇ ਤੂੰ ਇੰਨਾ ਕੁਝ ਇਕੱਤਰ ਕੀਤਾ ਸੀ, ਲੋੜ ਤੋਂ ਵੱਧ ਕੇ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਉਹ ਵੀ ਕਹਿੰਦੇ ਜੀ ਸਮੇਂ ਸਿਰ ਜਿਹੜਾ ਉਹ ਸੰਸਕਾਰ ਕਰ ਦੇਣਾ ਚਾਹੀਦਾ ਹੈ। ਅਣਮਤੀਆਂ ਦੀ ਵਿਚਾਰ ਹੈ ਕਿ ਸੂਰਜ ਅਸਤਣ ਤੋਂ ਬਾਅਦ ਸੰਸਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਵਹਿਮ ਭਰਮ ਪੈਦਾ ਹੋ ਚੁੱਕੇ ਨੇ, ਸਗੋਂ ਇਹਨਾਂ ਵਿੱਚ ਵਾਧਾ ਹੀ ਹੁੰਦਾ ਜਾ ਰਿਹਾ ਹੈ। ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਉਹ ਵੀ ਕਹਿੰਦੇ ਜਲਦੀ ਜਲਦੀ ਕਰੋ, ਜਲਦੀ ਜਲਦੀ ਕਰੋ। ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਅਤੇ ਭੂਤ ਦਾ ਅਰਥ ਹੈ ਮਰ ਚੁੱਕਾ ਹੈ, ਮਰ ਚੁੱਕਾ ਹੈ। ਫਿਰ ਉਹ ਵੀ ਵਿਚਾਰੀ ਕਹਿੰਦੀ ਮੇਰਾ ਸੁਹਾਗ ਲੁੱਟਿਆ ਗਿਆ, ਉਹ ਵੀ ਪਿੱਛੇ ਹਟ ਕੇ ਬਹਿ ਜਾਂਦੀ ਹੈ। ਔਰ ਕੁਝ ਸਵਾਣੀਆਂ ਵਿੱਚੋਂ ਕਹਿਣ ਲੱਗ ਪੈਂਦੀਆਂ, ਨਹੀਂ ਨਹੀਂ ਇਹ ਮਿਰਤਕ ਰੂਹਾਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ, ਇਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਬੱਚਿਆਂ ਨੂੰ ਵੀ ਦੂਰ ਕਰ ਲਓ। ਕਹੋ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕੈ ਛੁੱਟਿਆ। ਇਹ ਤੇਰਾ ਸਰੀਰ ਜਿਹੜਾ ਹੈ ਇੱਕ ਦਿਨ ਖਤਮ ਹੋਣਾ ਹੈ, ਤੇਰੇ ਸਵਾਸ ਖਤਮ ਹੁੰਦੇ ਜਾ ਰਹੇ ਨੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸਿੱਝੇ। ਦਿਨ ਤੋਂ ਪੈਰਾਂ ਤੇ ਆ ਜਾਈਏ, ਪੈਰਾਂ ਤੋਂ ਘੜੀਆਂ ਤੇ ਆ ਜਾਈਏ, ਘੜੀਆਂ ਤੋਂ ਪਲਾਂ ਤੇ ਆ ਜਾਈਏ। ਗੱਲ ਕਿ ਸਾਡੀ ਉਮਰ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਠੀਕ ਹੈ, ਅਸੀਂ ਆਪਣੇ ਬਰਥਡੇ ਮਨਾਉਣੇ ਹੈ, ਅਤੇ ਮੈਂ ਤਾਂ ਬੇਨਤੀ ਕਰਦਾ ਹੁੰਦਾ, ਇਹ ਤੁਹਾਡੀ ਜੀਭਾ ਦਾ ਰਸ ਹੈ। ਤੁਸੀਂ ਖੁਸ਼ੀ ਉਜਾਗਰ ਕਰਦੇ ਹੋ, ਕੇਕ ਕੱਟਦੇ ਹੋ, ਮੋਮਬੱਤੀਆਂ ਬੁਝਾਉਂਦੇ ਹੋ। ਭਾਵੇਂ ਇਹ ਸਾਡੀਆਂ ਸਿੱਖਾਂ ਦੀਆਂ ਰਵਾਇਤਾਂ ਨਹੀਂ ਸੀ ਮੋਮਬੱਤੀਆਂ ਬੁਝਾਉਣੀਆਂ, ਫਿਰ ਵੀ ਤੁਸੀਂ ਇਹ ਸਭ ਕੁਛ ਕਰਦੇ ਹੋ। ਪਰ ਗੱਲ ਤਾਂ ਸਮਝਣ ਵਾਲੀ ਸੀ। ਅਸੀਂ ਗੁਰੂ ਕੋਲ ਜਾਈਏ, ਸਤਿਗੁਰੂ ਜੀ ਤੁਸੀਂ ਜਿੰਨੀ ਮੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਨਾ, ਉਹਦੇ ਵਿੱਚੋਂ ਮੇਰੀ ਜ਼ਿੰਦਗੀ ਦੇ ਇੰਨੇ ਸਾਲ ਘਟ ਗਏ ਆ, ਅਤੇ ਇੰਨਿਆਂ ਸਾਲਾਂ ਦੇ ਵਿੱਚ ਮੈਂ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਅਤੇ ਜੇ ਕੋਈ ਮੇਰੇ ਕੋਲੋਂ ਹੋਇਆ ਵੀ ਉਹਨੂੰ ਲੇਖੇ ਵਿੱਚ ਲਾ ਲਿਓ, ਅਤੇ ਜਿਹੜੇ ਰਹਿੰਦੇ ਸਵਾਸ ਨੇ ਕਿਰਪਾ ਕਰਿਓ ਉਹ ਤੁਹਾਡੀ ਭੈ ਭਾਵਨੀ ਵਿੱਚ ਬਤੀਤ ਹੋ ਜਾਣ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾਣਾ ਚਾਹੀਦਾ ਹੈ। ਕੜਾ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇੰਨਾ ਕੁ ਸਮਾਂ ਸਾਡਾ ਸੁਖ ਆਨੰਦ ਨਾਲ ਬਤੀਤ ਹੋਇਆ, ਅੱਗੇ ਵੀ ਕਿਰਪਾ ਕਰਿਓ, ਤੁਹਾਡੇ ਚਰਨਾਂ ਨਾਲ ਜੁੜੇ ਰਹੀਏ।
ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੇ ਤਨ ਸੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਵਣ ਬਿਦ ਕੀਜੇ ਸੋ ਦਿਨ ਆਵਣ ਲੱਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕੋ ਹੈ ਕਾਕਾ। ਜਦੋਂ ਇਹ ਸਮਾਂ ਆਉਣ ਲੱਗਦਾ ਹੈ ਉਦੋਂ ਫਿਰ ਕੋਈ ਵੀ ਨੇੜੇ ਨਹੀਂ ਟੁਕਦਾ, ਮਾਂ ਹੋਵੇ, ਬਾਪ ਹੋਵੇ, ਪੁੱਤਰ ਹੋਵੇ, ਇਸਤਰੀ ਹੋਵੇ, ਕੋਈ ਵੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨਾ, ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਸ ਬਿਪਤ ਮੈਂ ਟੇਕ ਏਕ ਰਘੁਨਾਥ। ਵਾਹਿਗੁਰੂ ਅਕਾਲ ਪੁਰਖ ਹੀ ਹੈ ਜੋ ਸਾਡਾ ਲੋਕ ਤੋਂ ਲੈ ਕੇ ਪਰਲੋਕ ਤੱਕ ਸਹਾਇਕ ਬਣਦਾ ਹੈ, ਜੋ ਸਾਨੂੰ ਆਤਮਿਕ ਸਕੂਨ, ਆਤਮਿਕ ਆਨੰਦ ਦੇ ਨਾਲ ਨਵਾਜਦਾ ਹੈ। ਅਜੇ ਵੀ ਤੇਰੇ ਕੋਲ ਮੌਕਾ ਹੈ। ਇਹ ਜਮਾਂ ਦੀਆਂ ਫਾਹੀਆਂ ਜਿਨ੍ਹਾਂ ਨੂੰ ਤੂੰ ਆਪਣੇ ਗਲ ਵਿੱਚ ਪਾ ਰਿਹਾ, ਭਾਵੇਂ ਕਰਮ ਕਾਂਡਾਂ ਦੇ ਰੂਪ ਵਿੱਚ ਹੋਣ, ਫਾਸਣ ਕੀ ਵਿਦ ਸਭ ਕੋ ਜਾਣੇ ਛੂਟਣ ਕੀ ਇੱਕ ਕੋਈ, ਤੂੰ ਫਸਦਾ ਜਾ ਰਿਹਾ ਹੈ। ਗੁਰੂ ਦੀ ਕਿਰਪਾ ਦਾ ਪਾਤਰ ਬਣ, ਗੁਰੂ ਦੇ ਦੱਸੇ ਮੁਤਾਬਕ ਰੱਬ ਜੀ ਦੇ ਨਾਮ ਨੂੰ ਜਪ, ਔਰ ਜਿਨ੍ਹਾਂ ਦੇ ਕਰਕੇ ਤੂੰ ਫੁੱਲਿਆ ਸਮਾਉਂਦਾ ਨਹੀਂ, ਫਲਾਣਾ ਵੀ ਮੇਰਾ ਹੈ, ਢੀਂਗੜਾ ਵੀ ਮੇਰਾ ਹੈ। ਤਕਰੀਬਨ ਸਾਡਾ ਸੁਭਾਅ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਜੀ, ਮੇਰਾ ਬਹੁਤ ਵੱਡਾ ਪਰਿਵਾਰ ਹੈ ਜੀ, ਮੇਰੇ ਬਹੁਤ ਸਾਰੇ ਰਿਸ਼ਤੇਦਾਰ ਨੇ ਜੀ, ਚੰਗੇ ਮੇਰੇ ਸੱਜਣ ਮਿੱਤਰ ਨੇ। ਇਹਦੇ ਬਾਰੇ ਵੀ ਮੇਰੇ ਸਤਿਗੁਰਾਂ ਨੇ ਸਾਨੂੰ ਸਮਝਾਇਆ, ਇਹਦੇ ਬਾਰੇ ਵੀ ਸਾਨੂੰ ਸਮਝਾਇਆ ਹੈ ਕਿ ਪ੍ਰੀਤਮ ਜਾਣਦੇ ਹੋ ਮਨ ਮਾਈ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਹੋ ਕਾਹੂ ਕੋ ਨਾਹੀ ਰਹਾਓ। ਸਾਰੇ ਦਾ ਸਾਰਾ ਜਗਤ ਆਪੋ ਆਪਣੇ ਸੁੱਖਾਂ ਵਾਸਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ, ਕੋਈ ਵੀ ਕਿਸੇ ਦਾ ਨਹੀਂ ਹੈ। ਸਾਡਾ ਜਨਮ ਇਕੱਲਿਆਂ ਦਾ ਹੋਇਆ ਸੀ, ਸਾਡੀ ਮੌਤ ਵੀ ਇਕੱਲਿਆਂ ਦੀ ਹੋਣੀ ਹੈ। ਅਸੀਂ ਆਏ ਵੀ ਇਕੱਲੇ ਸੀ, ਜਾਣਾ ਵੀ ਇਕੱਲਿਆਂ ਨੇ। ਇਸ ਵਾਸਤੇ ਤੂੰ ਇਸ ਭਰਮ ਦੇ ਵਿੱਚ ਨਾ ਪੈ, ਇਸ ਭੁਲੇਖੇ ਵਿੱਚ ਨਾ ਪੈ ਕਿ ਇਹਨਾਂ ਦੇ ਕੋਲੋਂ ਮੈਨੂੰ ਸੁੱਖ ਮਿਲੇਗਾ। ਚਿੱਤ ਰੱਖੀ, ਸੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ। ਸੁੱਖ ਦੇ ਵਿੱਚ ਬੜੇ ਸਾਥੀ ਬਣਦੇ ਨੇ, ਬੜੇ ਮਿੱਤਰ ਬਣਦੇ ਨੇ, ਬੜਾ ਸਾਥ ਨਿਭਾਉਣ ਦੇ ਵਾਅਦੇ ਕਰਦੇ ਨੇ, ਪਰ ਜਦੋਂ ਮਨੁੱਖ ਦੇ ਉੱਪਰ ਕੋਈ ਦੁੱਖ ਬਣ ਜੇ, ਬਿਪਤਾ ਬਣ ਜੇ, ਉਦੋਂ ਕੋਈ ਵੀ ਨਾਲ ਨਹੀਂ ਨਿਭਦਾ। ਕੇਵਲ ਮੈਂ ਟੁਕ ਮਾਤਰ ਬੇਨਤੀ ਕਰਾਂਗਾ ਗੁਰਮੁਖੋ, ਬੇਸ਼ੱਕ ਸਾਡੀਆਂ ਵੱਡੀਆਂ ਵੱਡੀਆਂ ਸਰਕਾਰਾਂ ਨਾਲ ਵੀ ਸਾਂਝ ਹੋਵੇ, ਦੁੱਖ ਦੇ ਵੇਲੇ ਕੋਈ ਨਹੀਂ ਬੌੜਦਾ। ਜਿਸ ਵੇਲੇ ਇਸ ਦਿੱਲੀ ਦੀ ਧਰਤੀ ਦੇ ਉੱਪਰ ਮਹਾਂਮਾਰੀ ਫੈਲ ਗਈ, ਚੇਚਕ ਫੈਲ ਗਈ, ਉਸ ਵੇਲੇ ਇਹ ਦਿੱਲੀ ਨਿਵਾਸੀਆਂ ਦੀ ਕੋਈ ਬਾਂਹ ਪਕੜਨ ਵਾਲਾ ਨਹੀਂ ਸੀ ਹੈਗਾ, ਕਿਉਂਕਿ ਔਰੰਗਜ਼ੇਬ ਭਾਵੇਂ ਪਹਿਲਾਂ ਵੀ ਯਤਨ ਕਰ ਰਿਹਾ ਸੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪੁੱਤਰ ਸ੍ਰੀ ਰਾਮ ਰਾਏ ਦੀ ਚੁੱਕਣਾ ਵਿੱਚ ਆਣ ਕੇ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਜਾਵੇ। ਔਰ ਮੇਰੇ 8ਵੇਂ ਪਾਤਸ਼ਾਹ ਕਹਿ ਰਹੇ ਸੀ, ਨਹੀਂ ਵੱਡੇ ਗੁਰਾਂ ਦਾ ਹੁਕਮ ਹੈ, ਨਾ ਹੀ ਮਲੇਸ਼ ਕੋ ਦਰਸ਼ਨ ਦਾ ਹੈ। ਹਾਲਾਤ ਐਸੇ ਜਿਹੜੇ ਵਿਗੜ ਚੁੱਕੇ ਸੀ ਕਿ ਔਰੰਗਜ਼ੇਬ ਕਹਿ ਰਿਹਾ ਸੀ, ਠੀਕ ਹੈ ਸਾਨੂੰ ਦਰਸ਼ਨ ਨਹੀਂ ਦੇਣੇ, ਕੋਈ ਗੱਲ ਨਹੀਂ, ਪਰ ਇਸ ਵੇਲੇ ਇਸ ਮੁਸ਼ਕਲ ਦੀ ਘੜੀ ਵਿੱਚ ਕੋਈ ਬਾਂਹ ਫੜ ਸਕਦਾ ਹੈ ਮਾਨਵਤਾ ਦੀ, ਤੇ ਉਹ ਗੁਰੂ ਨਾਨਕ ਦਾ ਘਰ ਹੈ। ਆਲੇ ਦੁਆਲੇ ਤੋਂ ਸਮਝ ਪੈ ਚੁੱਕੀ ਸੀ। ਰਾਜਾ ਮਿਰਜ਼ਾ ਜੈ ਸਿੰਘ ਜਿਨ੍ਹਾਂ ਦਾ ਅਸਥਾਨ ਸੀ, ਜੋ ਸਤਿਗੁਰਾਂ ਨੂੰ ਸਮਰਪਿਤ ਹੋ ਗਿਆ, ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੁੱਚੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ, ਔਰ ਇਸ ਅਸਥਾਨ ਤੋਂ ਹਰੇਕ ਦੀਆਂ ਝੋਲੀਆਂ ਵੀ ਭਰ ਰਹੀਆਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸ ਔਖੀ ਘੜੀ ਦੇ ਅੰਦਰ ਮਾਨਵਤਾ ਦੇ ਭਲੇ ਦਿੱਲੀ ਦੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਦਵਾਈ ਬੂਟੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ, ਹਕੀਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇੱਥੋਂ ਤੱਕ ਸਗੋਂ ਆਪ ਦੁਖੀਆਂ ਦੇ ਦੁੱਖ ਨੂੰ ਵਡਾਉਂਦੇ ਨੇ। ਔਰ ਅੱਜ ਵੀ ਅਸੀਂ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਅੱਜ ਵੀ ਅਸੀਂ ਪੜ੍ਹਦੇ ਹਾਂ। ਕੇਵਲ ਇੱਕ ਗੁਰੂ ਪਰਮੇਸ਼ਰ ਹੈ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਹਾਇਕ ਬਣਦਾ ਹੈ। ਉਹ ਸਾਡੇ ਦੁੱਖਾਂ ਨੂੰ ਵੀ ਆਪਣੇ ਤਨ 'ਤੇ ਲੈ ਲੈਂਦਾ ਹੈ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬੇਅੰਤ ਉਪਕਾਰ ਕੀਤਾ। ਜੇ ਅਸੀਂ ਇਸ ਤੋਂ ਪਿਛਲੀ ਗੱਲ ਕਰ ਲਈਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਬੜੀ ਸ਼ਰਧਾ ਦੇ ਨਾਲ। ਆਪਾਂ ਸਾਰਿਆਂ ਨੇ ਕਈ ਵਾਰ ਪੜ੍ਹਿਆ ਸੁਣਿਆ ਹੋਵੇਗਾ ਕਿ 1658 ਦੇ ਵਿੱਚ ਔਰੰਗਜ਼ੇਬ ਨੇ
ਆਪਣੇ ਭਰਾਵਾਂ ਨੂੰ ਮਾਰ ਕੇ ਔਰ ਆਪਣੇ ਬਾਪ ਨੂੰ ਬੰਦੀ ਬਣਾ ਕੇ ਰਾਜ ਤਖਤ ਪ੍ਰਾਪਤ ਕੀਤਾ ਸੀ। ਅੱਤ ਦਾ ਜ਼ੁਲਮ ਕੀਤਾ, ਖਾਸ ਕਰਕੇ ਉਸ ਵੇਲੇ ਹਿੰਦੂ ਤੇ ਵਿਪਰਾਂ ਦੇ ਉੱਪਰ। ਉਹਨਾਂ ਦੇ ਤਿਲਕ ਮਟਾ ਦਿੱਤੇ ਗਏ, ਜ਼ੰਨੂ ਉਤਾਰ ਦਿੱਤੇ ਗਏ। ਵੱਖ-ਵੱਖ ਫੌਜਦਾਰਾਂ ਨੂੰ ਐਲਾਨੀਆਂ ਕਿਹਾ ਹੋਇਆ ਸੀ ਕਿ ਇਹਨਾਂ ਨੂੰ ਦੀਨੋਂ ਬਦੀਨ ਕੀਤਾ ਜਾਵੇ, ਇਸਲਾਮ ਵਿੱਚ ਲਿਆਂਦਾ ਜਾਵੇ, ਕੋਈ ਨਹੀਂ ਆਉਂਦਾ ਉਹਨੂੰ ਮਾਰ ਮੁਕਾਇਆ ਜਾਵੇ। ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਭਾਈ ਕਿਰਪਾ ਰਾਮ ਜੀ ਨੇ ਕਿਹਾ ਸੀ, ਜਦੋਂ ਦੁਨੀਆ ਦੇ ਸਾਰੇ ਬੂਹੇ ਬੰਦ ਹੋ ਜਾਣ ਉਦੋਂ ਗੁਰੂ ਨਾਨਕ ਦਾ ਦਰ ਖੁੱਲ੍ਹਾ ਹੁੰਦਾ ਹੈ। ਤੇ ਆਪਣੇ ਨਾਲ ਕੁਝ ਵਿਪਰਾਂ ਦੇ ਵਫਦ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਪਹੁੰਚ ਜਾਂਦੇ ਨੇ ਔਰ ਰੋ ਰਹੇ ਨੇ, ਵਿਲਕ ਰਹੇ ਨੇ। ਨਹੀਂ ਉਦੋਂ ਕੁਝ ਔੜਦਾ ਸੁੱਝਦਾ ਜਦੋਂ ਬਿਪਤਾ ਬਣੀ ਹੋਵੇ। ਕੁਸ਼ਲ ਬੁਝੀ ਜਬ ਸਿਰ ਗੁਰਜੀ ਤਬ ਰੋਵਤ ਨੈਣ ਕਹੀ ਕਤ ਸਾਰੀ, ਹੇ ਪ੍ਰਭ ਟੂਟਤ ਬਹੁਤ ਜਨੇਵਨ ਗਊਨ ਘਾਤ ਕਨੋਂ ਦੁਖ ਭਾਰੀ। ਇਸ ਵੇਲੇ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ ਹੈ। ਇਸ ਵੇਲੇ ਸਾਡੇ ਵਾਸਤੇ ਤੁਸੀਂ ਹੀ ਸਾਡੇ ਕ੍ਰਿਸ਼ਨ ਮੁਰਾਰੀ ਹੋ, ਕਿਰਪਾ ਕਰੋ, ਸਾਡੀ ਪੈਜ ਰੱਖ ਲਓ, ਸਾਡੇ ਧਰਮ ਨੂੰ ਬਚਾ ਲਓ। ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਿੰਨੀ ਵਾਰ ਵੀ ਧੰਨ ਕਹਿ ਲਈਏ ਥੋੜ੍ਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੁਖੀਆਂ ਦੇ ਦਰਦ ਨੂੰ ਵੰਡਾਉਂਦਿਆਂ ਹੋਇਆਂ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ, ਧਰਵਾਸ ਦਿੰਦਿਆਂ ਕਹਿ ਦਿੱਤਾ ਸੀ ਕਿ ਜਾਓ ਜਾ ਕੇ ਹਕੂਮਤ ਨੂੰ ਕਹਿ ਦਿਓ, ਪ੍ਰਥਮ ਕਰੋ ਗੁਰੂ ਮੁਸਲਮਾਨ, ਮਗਰ ਹੋਏਗੋ ਸਗਲ ਜਹਾਨ। ਇਸ ਦੁੱਖ ਬਿਪਤਾ ਦੀ ਘੜੀ ਦੇ ਵਿੱਚ ਕੋਈ ਨਾਲ ਖੜਦਾ ਹੈ ਤੇ ਗੁਰੂ ਪਰਮੇਸ਼ਰ ਖੜਦਾ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਔਰ ਹਿੰਦੂ ਵਿਪਰ ਭਾਈਚਾਰੇ ਦੇ ਧਰਮ ਨੂੰ ਬਚਾ ਲਿਆ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਬਚਾ ਲਿਆ। ਬੇਸ਼ੱਕ ਆਪਣੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਹਿਤ ਸ਼ਹਾਦਤ ਦਾ ਜਾਮ ਹੀ ਕਿਉਂ ਨਾ ਪੀਣਾ ਪਿਆ। ਸੋ ਇਸੇ ਤਰ੍ਹਾਂ ਸੁੱਖ ਦੇ ਵੇਲੇ ਗੁਰੂ ਜਿਹੜਾ ਹੈ ਉਹ ਸਾਡੇ ਕਾਰਜਾਂ ਨੂੰ ਸਵਾਰਦਾ ਹੈ, ਸਾਡੇ ਦੁੱਖਾਂ ਨੂੰ ਕੱਟਦਾ ਹੈ, ਜਾਂ ਗੁਰੂ ਕਾ ਸਿੱਖ। ਮੈਂ ਇਹ ਵੀ ਟੁਕ ਮਾਤਰੀ ਬੇਨਤੀ ਕਰਾਂ, ਅਸੀਂ ਗੱਲ ਕਰ ਰਹੇ ਸੀ ਗੁਰੂ ਸਾਹਿਬਾਨ ਦੀ, ਸਿੱਖਾਂ ਦੀ ਗੱਲ ਵੀ ਕਰ ਲਈਏ। ਪੀਰ ਬੁੱਢਣ ਸ਼ਾਹ ਦਾ ਇੱਕ ਚੇਲਾ ਹੋਇਆ ਜਿਹਦਾ ਨਾਂ ਸੀ ਸੁੰਦਰ ਸ਼ਾਹ। ਤੇ ਸੁੰਦਰ ਸ਼ਾਹ ਕਹਿੰਦਾ ਹੈ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ, ਕਿਉਂਕਿ ਉਹਨੇ ਪੀਰ ਬੁੱਢਣ ਸ਼ਾਹ ਦੇ ਪਾਸੋਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੁਣੀ ਸੀ, ਸੋਭਾ ਸੁਣੀ ਸੀ। ਕਹਿੰਦਾ ਮੈਂ ਗੁਰਬਾਣੀ ਦਾ ਇੱਕ ਸ਼ਬਦ ਜਿਹੜਾ ਹੈ ਉਹ ਸੁਣਿਆ ਹੈ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥਾ ਲੇਖਾ ਮੰਗੀਏ ਤਿੱਥੇ ਖੜਾ ਹੈ ਦਸਨ। ਕੋਈ ਇਹੋ ਜਿਹਾ ਸੱਜਣ ਪੁਰਖ ਹੈ ਜੋ ਹਰ ਵੇਲੇ ਸਾਥ ਦੇ ਸਕਦਾ ਹੋਵੇ? ਕਿਉਂਕਿ ਅਸੀਂ ਬਹੁਤੀ ਵਾਰੀ ਕਹਿੰਦੇ ਹਾਂ ਨਹੀਂ, ਇਹ ਤਾਂ ਕਹਿਣ ਸੁਣਦੀਆਂ ਗੱਲਾਂ ਹੈ ਜੀ, ਰੱਬ ਲੋਕ ਤੋਂ ਲੈ ਕੇ ਪਰਲੋਕ ਤੱਕ ਮਦਦ ਕਰਦਾ ਹੈ ਜੀ, ਗੁਰੂ ਪਰਮੇਸ਼ਰ ਜਿਹੜਾ ਸਾਡੇ ਦੁੱਖਾਂ ਨੂੰ ਦੂਰ ਕਰਦਾ ਜੀ, ਉਹ ਦੁੱਖ ਭੰਜਣ ਹੈ ਜੀ। ਗੁਰਮੁਖੋ ਬਹਾਦਰ ਬਾਬਾ ਬਿਧੀ ਚੰਦ ਨੇ ਕਿਹਾ ਸੀ, ਹਾਂ ਗੁਰਬਾਣੀ ਦੇ ਉੱਪਰ ਸ਼ੱਕ ਨਹੀਂ ਕਰੀਦਾ, ਸੱਚ ਬੋਲਨੇ। ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਤੇਰੇ ਨਾਲ ਮਿੱਤਰਤਾ ਨਿਭਾਵਾਂਗਾ ਆਖਰੀ ਸਮੇਂ ਤੱਕ। ਮਿੱਤਰ ਬਣ ਗਏ। ਕਹਿੰਦੇ ਜਦੋਂ ਸੁੰਦਰ ਸ਼ਾਹ ਦੇ ਚਲਾਣੇ ਦਾ ਸਮਾਂ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਨੇ ਵਾਚਦਿਆਂ ਹੋਇਆਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਅਰਜ਼ ਕੀਤੀ ਸੀ, ਪਾਤਸ਼ਾਹ ਜੀ ਤੁਹਾਡੇ ਸਿੱਖ ਨੇ ਵਾਅਦਾ ਕੀਤਾ ਹੈ ਪੀਰ ਬੁੱਢਣ ਸ਼ਾਹ ਦੇ ਸੇਵਕ ਦੇ ਨਾਲ, ਉਹਨਾਂ ਦੇ ਮਰੀਦ ਦੇ ਨਾਲ, ਸੁੰਦਰ ਸ਼ਾਹ ਦੇ ਨਾਲ, ਕਿ ਅਖੀਰਲੇ ਸਮੇਂ ਤੱਕ ਵੀ ਅਸੀਂ ਤੇਰਾ ਸਾਥ ਨਿਭਾਵਾਂਗੇ। ਐਸੇ ਬੋਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪਿਆਰ ਬਰਾਗ ਵਿੱਚ ਆਏ। ਅੱਜ ਉਸ ਨੂੰ ਆਪਣੇ ਹੱਥੀਂ ਤੋਰ ਰਹੇ ਨੇ, ਜਿਹਨੂੰ ਕਹਿੰਦੇ ਸੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਹਾਂ ਸਿੱਖਾ, ਤੂੰ ਬਚਨ ਕੀਤਾ ਪੂਰਾ ਕਰ, ਆਜ਼ਾਦ ਰਹੇ। ਜਦੋਂ ਵੀ ਤੁਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹੋ ਸਮਝ ਵਿੱਚ ਪਵੇਗਾ, ਬਹਾਦਰ ਬਾਬਾ ਬਿਧੀ ਚੰਦ ਜੀ ਸੁੰਦਰ ਸ਼ਾਹ ਦੇ ਕੋਲ ਜਾਂਦੇ ਨੇ, ਸੁੰਦਰ ਸ਼ਾਹ ਦੀ ਸਮਾਧੀ ਲੱਗੀ ਹੋਈ ਹੈ, ਸਾਹਮਣੇ ਬੈਠਦੇ ਨੇ ਔਰ ਅੱਖਾਂ ਉਗੜਦੀਆਂ ਨੇ। ਕਹਿੰਦੇ ਸੁੰਦਰ ਸ਼ਾਹ ਸਮਾਂ ਹੋ ਗਿਆ, ਚੱਲ ਭਾਈ ਆਪਣਾ ਵਿਛਾਉਣਾ ਵਿਛਾ। ਇੱਕੇ ਸਮੇਂ ਜਿਹੜਾ ਸੀ ਸੁੰਦਰ ਸ਼ਾਹ ਔਰ ਬਹਾਦਰ ਬਾਬਾ ਬਿਧੀ ਚੰਦ ਨੇ ਇਹ ਪੰਜ ਭੌਤਿਕ ਸਰੀਰ ਨੂੰ ਛੱਡਿਆ ਸੀ। ਗੁਰੂ ਔਰ ਗੁਰੂ ਕੇ ਸਿੱਖ ਜੋ ਗੁਰਬਾਣੀ ਦੇ ਅੰਦਰ ਰੱਤੇ ਹੋਏ ਨੇ, ਜਿਨ੍ਹਾਂ ਨੇ ਜੀਵਨ ਨੂੰ ਕਮਾਇਆ ਹੋਇਆ ਹੈ, ਭਾਈ ਉਹ ਆਖਰੀ ਸਵਾਸਾਂ ਤੱਕ ਸਾਥ ਦੇ ਜਾਂਦੇ ਨੇ, ਸਾਡੀ ਜ਼ਿੰਦਗੀ ਨੂੰ ਸੁਖਦਾਇਕ ਬਣਾ ਜਾਂਦੇ ਨੇ। ਨਹੀਂ ਤੇ ਬਹੁਤਾਤ ਦੇ ਵਿੱਚ ਐਸੇ ਹੀ ਹੁੰਦੇ ਨੇ ਜਿਹੜੇ ਸੁੱਖ ਦੇ ਨਾਲ ਹੀ ਸਿਰਫ ਜੁੜੇ ਹੁੰਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੇਰੇ। ਜਦੋਂ ਕੋਈ ਮੁਸ਼ਕਲ ਮੁਸੀਬਤ ਬਣ ਜੇ ਉਦੋਂ ਉਹ ਵੀ ਸਾਡੇ ਨੇੜਿਓਂ ਭੱਜ ਜਾਂਦੇ ਨੇ। ਸੁੱਖਾਂ ਦੇ ਵੇਲੇ ਦੁਨੀਆ ਜਿਹੜੀ ਹੈ ਉਹ ਨੇੜੇ ਹੋ ਕੇ ਬੈਠਦੀ ਹੈ।
ਸੁਖ ਮੇ ਬਹੁ ਸੰਗੀ ਭੈ, ਦੁੱਖ ਮੇ ਸੰਗ ਨਾ ਕੋਈ। ਦੁੱਖ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ, ਉਦੋਂ ਆਪਣੇ ਵੀ ਬਗਾਨੇ ਬਣ ਜਾਂਦੇ ਨੇ। ਉਦੋਂ ਕਹਿੰਦੇ ਹਾਂ ਅਸੀਂ ਤੇਰਾ ਕੋਈ ਹੈਲਪ ਤਾਂ ਕਰ ਸਕਦੇ, ਪਰ ਜਿਹੜਾ ਤੈਨੂੰ ਦੁੱਖ ਹੈ, ਜਿਹੜਾ ਪੀੜ ਹੈ, ਉਹਨੂੰ ਅਸੀਂ ਨਹੀਂ ਵੰਡਾ ਸਕਦੇ। ਤੇਰੇ ਮਨ ਦੇ ਅੰਦਰ ਵਿਛੋੜੇ ਦਾ ਦਰਦ ਹੈ, ਤੂੰ ਤੜਫ ਰਿਹਾ ਹੈ, ਅਸੀਂ ਤੇਰੀ ਦਵਾਈ ਬੂਟੀ ਦਾ ਪ੍ਰਬੰਧ ਕਰ ਸਕਦੇ ਹਾਂ, ਤੇਰੇ ਤਨ ਦਾ ਇਲਾਜ ਕਰ ਸਕਦੇ ਹਾਂ, ਕਰਵਾ ਸਕਦੇ ਹਾਂ, ਪਰ ਦੁੱਖ ਤਾਂ ਹੁਣ ਤੈਨੂੰ ਹੀ ਝੱਲਣਾ ਪੈਣਾ ਹੈ। ਔਰ ਨਾਲ ਹੀ ਸਤਿਗੁਰੂ ਕਿਰਪਾ ਕਰਦੇ ਨੇ, ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ। ਹਾਲੇ ਵੀ ਮੇਰੇ ਮਨਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਜਪ ਲੈ, ਉਸ ਦੀ ਭਜਨ ਬੰਦਗੀ ਵਿੱਚ ਲੱਗ ਜਾ, ਅਖੀਰਲੇ ਸਮੇਂ ਤੈਨੂੰ ਉਹਨੇ ਹੀ ਸੁਖ ਦੇਣਾ ਹੀ, ਤੇਰਾ ਸਾਥੀ ਬਣਨਾ ਹੀ, ਤੇਰਾ ਮਦਦਗਾਰ ਬਣਨਾ ਹੀ। ਜਿਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਜਾਂਦਾ ਹੈ, ਵੇਖੋ ਉਹ ਅਲਾਣੀਆਂ ਕਹਿ ਦਿੰਦੇ ਨੇ ਕਿ ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਇਆਲਾ। ਜਾਂ ਅਸੀਂ ਪੜ੍ਹਦੇ ਹਾਂ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਅੱਜ ਵੀ ਸਾਨੂੰ ਜ਼ਰੂਰਤ ਹੈ ਅਸੀਂ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ, ਔਰ ਜੋ ਸਾਨੂੰ ਬੜੇ ਪਿਆਰ ਦੇ ਨਾਲ, ਬੜੇ ਸਰਲ ਤੇ ਬੜੇ ਸੁਖੈਣ ਸ਼ਬਦਾਂ ਰਾਹੀਂ ਸਮਝਾਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ ਸਾਡੇ ਤੋਂ ਨੋਟ ਮੰਗਦੇ ਨੇ, ਨਾ ਸਾਡੇ ਤੋਂ ਵੋਟ ਹੀ ਮੰਗਦੇ ਨੇ, ਸਗੋਂ ਆਪਣੇ ਅਮੋਲਕ ਬਚਨ ਸਾਡੀ ਝੋਲੀ ਵਿੱਚ ਪਾਉਂਦੇ ਨੇ। ਕਿਉਂਕਿ ਗੁਰੂ ਸਾਡਾ ਪਰਮੇਸ਼ਰ ਹੈ, ਮਾਂ ਬਾਪ ਹੈ, ਉਹ ਸਾਡਾ ਭਲਾ ਲੋਚਦਾ ਹੈ। ਇਸ ਵਾਸਤੇ ਜਦੋਂ ਵੀ ਅਸੀਂ ਉਹਦੀ ਸ਼ਰਨ ਵਿੱਚ ਆਉਣੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਤਾ, ਫਿਰ ਉਹ ਸਾਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਵਾਉਂਦਾ ਹੈ, ਸਾਨੂੰ ਮੱਤ ਦਿੰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਅਸੀਂ ਗੁਰੂ ਘਰ ਆਉਣੇ, ਗੁਰੂ ਦੀ ਮੱਤ ਨੂੰ ਲੈਂਦੇ, ਔਰ ਉਹ ਮੱਤ ਲੈਂਦੇ ਹਾਂ ਜਿਹਦੇ ਨਾਲ ਸਾਡਾ ਦੀਨ ਦੁਨੀ ਜਿਹੜਾ ਹੈ ਉਹ ਸੁਹੇਲਾ ਹੋ ਜਾਵੇ, ਅਸੀਂ ਸੁਖ ਮਾਣ ਸਕੀਏ। ਨਹੀਂ ਤਾਂ ਫਿਰ ਇਸ ਤਰ੍ਹਾਂ ਹੋਵੇਗਾ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹੋ ਜਿਹਾ ਸਤਿਗੁਰੂ ਨੇ ਜੇ ਲੱਭਣਾ, ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਸ ਦੇ ਲੜ ਲੱਗੀਏ। ਔਰ ਜੋ ਪਿਛਲੇ ਦਿਨ ਅਸੀਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ, ਅੱਜ ਵੀ ਸਾਨੂੰ ਜ਼ਰੂਰਤ ਹੈ, ਕਿਉਂਕਿ ਇਸ ਮੁਕੱਦਸ ਅਸਥਾਨ ਤੋਂ ਵੀ ਅੰਮ੍ਰਿਤ ਸੰਚਾਰ ਹੁੰਦਾ ਹੈ। ਜਿਸ ਵੀ ਮਾਈ ਭਾਈ ਨੇ ਅਜੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਔਰ ਦਾਤ ਮੰਗ ਕੇ ਅੰਮ੍ਰਿਤ ਦੀ ਦਾਤ ਲਿਆ ਕਰੋ। ਅੰਮ੍ਰਿਤ ਕਿਤਿਓਂ ਬਾਹਰੋਂ ਨਹੀਂ ਜੇ ਲੱਭਣਾ, ਜਿੰਨਾ ਮਰਜ਼ੀ ਤੁਸੀਂ ਭਾਵੇਂ ਚਰਨ ਗੰਗਾ ਦੇ ਪਾਣੀ ਦੀਆਂ ਡਿੱਗੀਆਂ ਭਰ ਭਰ ਕੇ ਲਈ ਜਾਓ, ਭਾਵੇਂ ਕਿਸੇ ਬਾਬੇ ਤੋਂ ਪਾਣੀ ਦੇ ਉੱਪਰ ਫੂਕਾ ਮਰਾ ਲਓ, ਪਰੰਤੂ ਅੰਮ੍ਰਿਤ ਇੱਕੋ ਹੀ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਤੇ ਅੰਮ੍ਰਿਤ ਹੈ ਕਿਹੜਾ ਹੈ? ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜੋ ਕਲਗੀਧਰ ਪਾਤਸ਼ਾਹ ਦੇ ਨਵਾਜੇ ਹੋਏ ਪੰਜ ਪਿਆਰਿਆਂ ਦਾ ਸਿਧਾਂਤ ਹੈ, ਸੰਕਲਪ ਹੈ, ਜੋ ਗੁਰੂ ਕੇ ਪੰਜ ਪਿਆਰੇ ਪੰਜ ਬਾਣੀਆਂ ਦਾ ਪਾਠ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਨੂੰ ਖੰਡੇ ਦੀ ਪੌਲ ਦਿੰਦੇ ਨੇ, ਅੰਮ੍ਰਿਤ ਦੀ ਦਾਤ ਦਿੰਦੇ ਨੇ। ਅੱਜ ਸਾਨੂੰ ਉਸ ਅੰਮ੍ਰਿਤ ਨਾਲ ਜੁੜਨ ਦੀ ਜ਼ਰੂਰਤ ਹੈ, ਉਸ ਅੰਮ੍ਰਿਤ ਨਾਲ ਜੁੜਨ ਦੀ ਜ਼ਰੂਰਤ ਹੈ, ਔਰ ਅਸੀਂ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ, ਔਰ ਸਾਡੀ ਜ਼ਿੰਦਗੀ ਸਾਰਿਆਂ ਦੀ ਸੁਖ ਭਰੀ ਹੋਵੇ। ਅਖੀਰ ਦੇ ਵਿੱਚ ਧੰਨਵਾਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬੜੀ ਕਿਰਪਾ ਕੀਤੀ। ਆਪਾਂ ਸਾਰਿਆਂ ਨੂੰ ਸੰਗਤ ਰੂਪ ਵਿੱਚ ਜੁੜ ਮਿਲ ਬੈਠਾ ਕੇ ਗੁਰੂ ਦੇ ਸ਼ਬਦਾਂ ਦੀ ਸਾਂਝ ਕਰਨ ਦਾ ਅਵਸਰ ਦੇ ਕੇ ਨਵਾਜਿਆ ਹੈ। ਧੰਨਵਾਦ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਇੰਨਾ ਮਾਣ ਇੰਨਾ ਸਤਿਕਾਰ ਦਿੰਦਿਆਂ ਹੋਇਆਂ ਆਪ ਜੀ ਦੇ ਨਾਲ ਗੁਰੂ ਦੀਆਂ ਗੱਲਾਂ ਕਰਨ ਦਾ ਅਵਸਰ ਦੇ ਕੇ ਨਵਾਜਦੀ ਹੈ। ਔਰ ਸਾਰੀਆਂ ਸੰਗਤਾਂ ਦਾ ਜੀਓ ਆਇਆਂ ਧੰਨਵਾਦ। ਔਰ ਗੁਰੂ ਚਰਨਾਂ ਦੇ ਵਿੱਚ ਸਾਰੀ ਸੰਗਤ ਲਈ ਮੁੜ ਤੋਂ ਅਰਦਾਸ, ਵਾਹਿਗੁਰੂ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੇ, ਆਪਣੀ ਭੈ ਭਾਵਨੀ ਵਿੱਚ ਰੱਖਦਿਆਂ ਹੋਇਆਂ